ਸਭ ਨੂੰ ਜੈ ਮਸੀਹ ਦੀ। ਔਰ ਇੱਕ ਵਾਰੀ ਫਿਰ ਪਰਮੇਸ਼ਵਰ ਨੇ ਸਾਨੂੰ ਮੌਕਾ ਦਿੱਤਾ ਕਿ ਹੈਵਨ ਗੇਟ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰੀਏ ਔਰ ਸਾਰਿਆਂ ਦੇ ਨਾਲ ਉਸ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਜਿਹਨੇ ਅੱਜ ਦਾ ਦਿਨ ਮੈਨੂੰ ਤੇ ਤੁਹਾਨੂੰ ਦਿੱਤਾ। ਸਭ ਨੂੰ ਜੀ ਆਇਆਂ ਨੂੰ, ਸਭ ਦਾ ਸਵਾਗਤ। ਔਰ ਇੱਕ ਬਹੁਤ ਅੱਛੀ ਗੱਲ ਕਿ ਹੈਵਨਸ ਗੇਟ ਟੀਵੀ ਦੇ ਉੱਤੇ ਅੱਜ ਸਾਡੇ ਨਾਲ ਸੰਤ ਸੁੰਦਰ ਲਾਲ ਜੀ, ਜਿਹੜੇ ਧਰਤੀ ਉੱਤੇ ਸ਼ਾਂਤੀ ਜਿਨ੍ਹਾਂ ਦੀ ਸੇਵਕਾਈ ਆ, ਔਰ ਉਹ ਸਾਡੇ ਨਾਲ ਆ। ਬਹੁਤ ਸਾਰੇ ਆਪਣੇ ਵਿਚਾਰ ਜਿਹੜੇ ਅੱਜ ਉਹ ਸਾਡੇ ਨਾਲ ਸਾਂਝੇ ਕਰਨਗੇ ਔਰ ਬਹੁਤ ਸਾਰੀਆਂ ਖੁਸ਼ੀਆਂ ਵੀ ਪਾਵਾਂਗੇ, ਬਹੁਤ ਸਾਰੀਆਂ ਬਰਕਤਾਂ ਵੀ ਪਾਵਾਂਗੇ। ਔਰ ਇਹਨਾਂ ਦੇ ਨਾਲ ਨਾਲ ਬਹੁਤ ਸਾਰੀਆਂ ਗੱਲਾਂ ਵੀ ਅੱਜ ਅਸੀਂ ਜਾਣਾਂਗੇ, ਵਚਨ ਦੀਆਂ ਗੱਲਾਂ ਵੀ ਜਾਣਾਂਗੇ ਔਰ ਬਹੁਤ ਸਾਰੀ ਆਤਮਿਕ ਆਸ਼ੀਸ਼ਾਂ ਵੀ ਅੱਜ ਅਸੀਂ ਪਾਵਾਂਗੇ। ਲੇਕਿਨ ਧੰਨਵਾਦ ਕਰਨਾ ਚਾਹੁੰਦੇ ਆ ਹੈਵਨਸ ਗੇਟ ਟੀਵੀ ਦਾ ਕਿ ਜਿਹਦੇ ਉਪਰਾਲੇ ਦੇ ਨਾਲ ਸਾਰਾ ਕੁਝ ਇਹ ਹੋ ਰਿਹਾ, ਔਰ ਖਾਸ ਤੌਰ 'ਤੇ ICC ਦਾ ਕਿ ਜਿਨ੍ਹਾਂ ਨੇ ਇਹ ਸਭ ਮਿਹਨਤ ਨੂੰ ਕੀਤਾ। ਔਰ ਆਓ ਆਪਾਂ ਇਸ ਤੋਂ ਪਹਿਲਾਂ ਕਿ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਚਲਦੇ ਉਸ ਪਰਮੇਸ਼ਵਰ ਪਿਤਾ ਦੇ ਚਰਨਾਂ ਦੇ ਵਿੱਚ ਔਰ ਆਪਣੀ ਬੇਨਤੀ ਨੂੰ ਉਹਦੇ ਅੱਗੇ ਰੱਖਦੇ ਹਾਂ। ਪਰਮ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਹੋਰ ਮੌਕਾ ਸਾਨੂੰ ਦਿੱਤਾ ਕਿ ਪਰਮੇਸ਼ਵਰ ਜੀ, ਪਿਤਾ ਜੀ, ਅਸੀਂ ਇੱਕ ਵਾਰੀ ਫੇਰ ਤੁਹਾਡੇ ਵੱਡੇ ਨਾਮ ਦੀ ਮਹਿਮਾ ਕਰ ਸਕੀਏ ਔਰ ਇੱਕ ਵਾਰੀ ਫੇਰ ਅਸੀਂ ਸੱਚ ਦੀ ਬਾਣੀ ਜਿਹੜੀ ਹੈ ਉਹਦੇ ਉੱਤੇ ਪ੍ਰਭੂ ਜੀ ਧਿਆਨ ਕਰ ਸਕੀਏ, ਉਹਦੇ ਵਿੱਚੋਂ ਬਰਕਤਾਂ ਤੇ ਆਸ਼ੀਸ਼ਾਂ ਲੈ ਸਕੀਏ। ਪਿਆਰੇ ਪਿਤਾ ਜੀ, ਜੋ ਵੀ ਤੁਹਾਡੇ ਬੱਚੇ ਇਸ ਵੇਲੇ ਸਾਡੇ ਨਾਲ ਆ, ਅਸੀਂ ਤੁਹਾਡੇ ਕੋਲੋਂ ਮੰਗ ਲੈਂਦੇ ਆ ਕਿ ਤੁਸੀਂ ਨਾ ਸਭਨਾਂ ਉੱਤੇ ਆਪਣੀ ਆਸ਼ੀਸ਼ ਤੇ ਬਰਕਤ ਨੂੰ ਖੋਲ ਦਿਓ, ਤਾਂ ਕਿ ਜਿਹੜਾ 1 ਘੰਟੇ ਦਾ ਸਮਾਂ ਆ, ਜਦੋਂ ਪ੍ਰਭੂ ਜੀ ਤੁਹਾਡੀਆਂ ਸਵਰਗੀ ਬਾਣੀ ਦੀਆਂ ਗੱਲਾਂ ਕੀਤੀਆਂ ਜਾਣ, ਜਦੋਂ ਪ੍ਰਭੂ ਉਹ ਗੱਲਾਂ ਕੀਤੀਆਂ ਜਾਣ ਜਿਹੜੇ ਕੰਮ ਤੁਸੀਂ ਕੀਤੇ ਆ, ਪਿਤਾ ਅਸੀਂ ਤੁਹਾਡੇ ਕੋਲੋਂ ਇਹ ਮੰਗਦੇ ਹਾਂ ਕਿ ਤੁਹਾਡੇ ਬੱਚੇ ਔਰ ਅਸੀਂ ਵੀ ਉਹਨਾਂ ਗੱਲਾਂ ਵਿੱਚੋਂ ਪ੍ਰਭੂ ਜੀ ਉਸ ਅੰਮ੍ਰਿਤ ਬਾਣੀ ਵਿੱਚੋਂ ਬਹੁਤ ਸਾਰੀ ਬਰਕਤ ਪਾਈਏ ਔਰ ਉਹ ਸਾਰੇ ਕੰਮ ਜਿਹੜੇ ਆ ਪਿਤਾ ਜੀ ਤੁਸੀਂ ਚਾਹੁੰਦੇ ਹੋ ਉਹ ਅਸੀਂ ਆਪਣੇ ਜੀਵਨਾਂ 'ਚ ਕਰ ਸਕੀਏ। ਧੰਨਵਾਦ ਕਰਦੇ ਪਿਤਾ ਯੀਸ਼ੂ ਤੁਹਾਡੇ ਨਾਮ ਦੇ ਵਿੱਚ, ਆਮੀਨ ਆਮੀਨ। ਸੰਤ ਸੁੰਦਰ ਲਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਭਾਵੇਂ ਤੁਸੀਂ ਇੰਨੇ ਬਿਜੀ ਸੀ ਲੇਕਿਨ ਫਿਰ ਵੀ ਤੁਸੀਂ ਸਾਡੇ ਵਿੱਚ ਆਏ ਹੋ। ਜੈ ਮਸੀਹ ਦੀ। ਜੈ ਮਸੀਹ ਦੀ। ਪਰਮੇਸ਼ਰ ਬਰਕਤ ਦੇਵੇ ਜੀ। ਇੱਕ ਬਹੁਤ ਅੱਛੀ ਗੱਲ ਹੈ ਕਿ ਇੰਗਲੈਂਡ ਦੇ ਵਿੱਚ ਤਾਂ ਤੁਸੀਂ ਆਏ ਲੇਕਿਨ ਅੱਜ ਇੱਕ ਮੀਡੀਆ ਦੇ ਦੁਆਰਾ ਅਲੱਗ-ਅਲੱਗ ਦੇਸ਼ਾਂ ਤੱਕ ਜਾਣ ਦਾ ਮੌਕਾ ਤੁਹਾਨੂੰ ਵੀ ਮਿਲਿਆ ਔਰ ਉਹਨਾਂ ਨੂੰ ਮੌਕਾ ਮਿਲਿਆ ਕਿ ਉਹ ਤੁਹਾਡੇ ਦਰਸ਼ਨ ਕਰ ਸਕਣ। ਔਰ ਇਸ ਲਈ ਇੱਕ ਅੱਛੀ ਗੱਲ ਹੈ ਕਿ ਅਸੀਂ ਜਲਦੀ ਨਾਲ ਤੁਹਾਨੂੰ ਉਹਨਾਂ ਦੇ ਰੂਬਰੂ ਕਰੀਏ ਤਾਂ ਕਿ ਜਿਹੜੇ ਭੈਣ ਭਰਾ ਤੁਹਾਨੂੰ ਸੁਣਨਾ ਚਾਹੁੰਦੇ ਆ। ਸੋ ਸੰਤ ਸੁੰਦਰ ਲਾਲ ਜੀ, ਕੀ ਤੁਸੀਂ ਬਚਪਨ ਤੋਂ ਹੀ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਸੀ ਜਾਂ ਕੋਈ ਹੋਰ ਕਹਾਣੀ ਆ ਪਿੱਛੇ ਦੇ? ਹਾਂ, ਇਹ ਪਰਮੇਸ਼ਰ ਦਾ ਵੱਡਾ ਫਜ਼ਲ ਹੈ ਕਿ ਪਰਮੇਸ਼ਰ ਨੇ 1988 ਦੇ ਵਿੱਚ ਮੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ, ਜਦ ਕਿ ਸਾਡੇ ਪਰਿਵਾਰ ਦੇ ਵਿੱਚ 6 ਭਾਈ ਤੇ ਮਾਤਾ ਪਿਤਾ ਉਹ ਕੋਈ ਵੀ ਪ੍ਰਭੂ ਯਿਸੂ ਤੇ ਵਿਸ਼ਵਾਸ ਨਹੀਂ ਕਰਦਾ ਸੀ। ਪਰ 1988 ਦੇ ਵਿੱਚ ਪਰਮੇਸ਼ਰ ਨੇ ਮੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ ਤੇ 1988 ਤੋਂ 10 ਸਾਲ ਪਹਿਲਾਂ 1978 ਦੇ ਵਿੱਚ ਮੇਰੇ 2 ਵੱਡੇ ਭਾਈਆਂ ਨੇ ਸਕੂਲ 'ਚ ਪੜ੍ਹਦੇ ਸਮੇਂ ਬਾਈਬਲ ਦੇ ਬਾਰੇ ਸੁਣਿਆ ਤੇ ਉਹਨੇ ਵਿਸ਼ਵਾਸ ਕੀਤਾ ਤੇ ਉਹਨੇ ਮੰਨਣਾ ਸ਼ੁਰੂ ਕਰ ਦਿੱਤਾ। ਸਾਡਾ ਪਿੰਡ ਜਲੰਧਰ ਦੇ ਵਿੱਚ ਪਠਾਨਕੋਟ ਰੋਡ ਤੇ ਭੋਗਪੁਰ ਰੋਡ ਦੇ ਉੱਤੇ ਬਿਆਸ ਪਿੰਡ ਹੈ ਜੀ, ਜਿਸ ਪਿੰਡ ਦੇ ਵਿੱਚ ਕੋਈ ਵੀ ਮਸੀਹੀ ਨਹੀਂ ਸੀ ਜੀ, ਪਿੰਡ 'ਚ ਹੀ ਨਹੀਂ ਮਸੀਹੀ ਸੀ। ਤੇ ਉਹਨਾਂ ਦਿਨਾਂ ਦੇ ਵਿੱਚ 1975 ਦੇ ਕਰੀਬ ਇੱਕ ਨੌਜਵਾਨ ਜਲੰਧਰ DAV ਕਾਲਜ ਪੜ੍ਹਨ ਲਈ ਗਿਆ ਤੇ ਉਹਨੂੰ ਕੁਝ ਬਾਈਬਲ ਦਾ ਹਿੱਸਾ ਮਿਲਿਆ ਯਕੂਬ ਦੀ ਪੱਤਰੀ 'ਚੋਂ ਤੇ ਉਹਨੇ ਉਹਨੂੰ ਪੜ੍ਹਿਆ। ਉਹਨਾਂ ਦਿਨਾਂ 'ਚ ਉਹਦਾ ਚਾਚਾ ਬਿਮਾਰ ਸੀ ਤੇ ਜਦੋਂ ਉਹਨਾਂ ਨੇ ਉਸ ਵਚਨ ਦੇ ਵਿੱਚ ਲਿਖਿਆ ਕੋਈ ਬਿਮਾਰ ਹੈ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲਣ, ਪ੍ਰਭੂ ਦਾ ਨਾਮ ਲੈ ਕੇ ਉਹਦੇ ਸਿਰ 'ਚ ਤੇਲ ਪਾਉਣ, ਪ੍ਰਾਰਥਨਾ ਕਰਨ ਤੇ ਜੇ ਉਹਨੇ ਅਪਰਾਧ ਕੀਤੇ ਉਹਨੂੰ ਮਾफ़ ਕੀਤੇ ਜਾਣਗੇ, ਜੇ ਉਹ ਬਿਮਾਰ ਹੈ ਤਾਂ ਪ੍ਰਭੂ ਨੂੰ ਚੰਗਾ ਕਰੇਗਾ। ਔਰ ਇਸ ਤਰ੍ਹਾਂ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਉਹ ਪ੍ਰੇਮੀ 'ਤੇ ਕਿਰਪਾ ਹੋਈ ਤੇ ਉਹਨੂੰ ਚੰਗਾਈ ਮਿਲ ਗਈ ਤੇ ਇਸ ਤਰ੍ਹਾਂ ਉਸ ਪਰਿਵਾਰ ਨੇ ਪ੍ਰਭੂ ਨੂੰ ਗ੍ਰਹਿਣ ਕੀਤਾ ਤੇ ਉਸ ਪਰਿਵਾਰ ਦੇ ਦੁਆਰਾ ਹੀ ਮੇਰੇ ਭਾਈਆਂ ਨੇ 1978 ਦੇ ਵਿੱਚ ਪ੍ਰਭੂ ਨੂੰ ਗ੍ਰਹਿਣ ਕੀਤਾ ਤੇ ਉਹ 10 ਸਾਲ ਤੀਕਰ ਮੰਨਦੇ ਰਹੇ ਜੀ ਤੇ 10 ਸਾਲ ਤੀਕਰ ਅਸੀਂ ਵੀ ਪਰਮੇਸ਼ਰ ਦਾ ਵਚਨ ਸੁਣਦੇ ਰਹੇ। ਪਰ ਮੈਂ ਉਹਨਾਂ ਬਾਈਬਲ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕੀਤਾ। ਉਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਅੱਛਾ ਮੋਟਰ ਬਾਈਕ ਦਾ ਮਕੈਨਿਕ ਸੀ ਤੇ ਸਾਊਂਡ ਦਾ ਵੀ ਸਾਡਾ ਬਹੁਤ ਅੱਛਾ ਕਾਰੋਬਾਰ ਸੀ। ਪੰਜਾਬ ਦੇ ਵਿੱਚ ਮੰਨੇ ਪਰਮੰਨੇ ਗਾਇਕਾਂ ਦੇ, ਪੰਜਾਬੀ ਗਾਇਕਾਂ ਦੇ ਪ੍ਰੋਗਰਾਮਾਂ 'ਤੇ ਮੈਂ ਸਾਊਂਡ ਲਾਇਆ ਤੇ ਪਿੰਡ ਦੀ 2 ਕਿਲੋਮੀਟਰ ਦੀ ਦੂਰੀ 'ਤੇ 1988 ਜਨਵਰੀ ਮਹੀਨਾ ਵੀਰਵਾਰ ਦਾ ਦਿਨ ਸ਼ਾਮ ਦੇ 6:30 ਵਜੇ ਮੈਂ ਸਾਊਂਡ ਲਾਉਣ ਵਾਸਤੇ ਗਿਆ ਤੇ ਜਦੋਂ ਲਾ ਕੇ ਵਾਪਸ ਆਉਣ ਲੱਗਾ, ਦਰਖਤ ਦੇ ਉੱਤੇ ਮਧੂ ਮੱਖੀ ਜੇ ਤੋਂ ਸ਼ਹਿਦ ਬਣਦਾ ਤੇ ਉਹ ਮੱਖੀ ਅਲੱਗ-ਅਲੱਗ ਹੋ ਕੇ ਜਿੰਨੇ ਲੋਕ ਉੱਥੇ ਆਏ ਸੀ ਸਾਰਿਆਂ ਦੇ ਲੜਨੀ ਸ਼ੁਰੂ ਹੋ ਗਿਆ ਤੇ ਉਹ ਮੇਰੇ ਵੀ ਲੜਿਆ। ਉਹਦਾ ਜ਼ਹਿਰ ਮੇਰੇ ਸਰੀਰ ਦੇ ਵਿੱਚ ਚਲਾ ਗਿਆ ਤੇ ਅੱਧੇ ਘੰਟੇ ਦੇ ਵਿੱਚ ਮੈਂ ਮੌਤ ਦੇ ਮੂੰਹ 'ਚ ਚਲਾ ਗਿਆ। ਔਰ ਜਦੋਂ ਮੈਂ ਦੇਖਿਆ ਕਿ ਮੇਰੀ ਜ਼ਿੰਦਗੀ ਦਾ ਅੰਤ ਹੈ ਤੇ ਉਸ ਸਮੇਂ ਕੋਈ ਬਚਾਅ ਵਾਲੀ ਹਾਲਤ ਨਹੀਂ ਤੇ ਇੱਕਦਮ ਮੇਰੇ ਹਿਰਦੇ ਦੇ ਵਿੱਚ ਜਿਹੜੇ ਬਾਈਬਲ ਦੇ ਵਚਨ ਮੈਂ 10 ਸਾਲਾਂ ਤੋਂ ਸੁਣਦਾ ਸੀ
ਉਹ ਮੇਰੇ ਹਿਰਦੇ 'ਚ ਆਏ ਕਿ ਪ੍ਰਭੂ ਨੇ ਕਿਹਾ ਥੱਕੇ ਤੇ ਪਹਾੜ ਦੱਬਿਓ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ। ਤੇ 34 ਜ਼ਬੂਰ ਦੀ 18 ਦੇ ਵਿੱਚ ਲਿਖਿਆ ਕਿ ਪਰਮੇਸ਼ਰ ਕੁਚਲੇ ਆਤਮਾ ਨੂੰ ਬਚਾਉਂਦਾ। ਇਹ ਵਚਨ ਜਦੋਂ ਮੇਰੇ ਹਿਰਦੇ 'ਚ ਆਏ ਤੇ ਮੈਂ ਆਪਣੀਆਂ ਅੱਖਾਂ ਆਕਾਸ਼ ਵੱਲ ਚੱਕੀਆਂ ਤੇ 2 ਸ਼ਬਦਾਂ ਦੀ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਜੇ ਤੂੰ ਦੁਨੀਆ ਨੂੰ ਪਿਆਰ ਕੀਤਾ, ਆਪਣੇ ਪੁੱਤਰ ਪ੍ਰਭੂ ਯਿਸੂ ਨੇ ਸੰਸਾਰ ਤੇ ਭੇਜਿਆ, ਤੇ ਅੱਜ ਤੂੰ ਮੇਰੇ ਤੇ ਕਿਰਪਾ ਕਰ ਤੇ ਮੈਂ ਵਾਅਦਾ ਕਰਦਾ ਕਿ ਜਾਤੀ ਕਰ ਜ਼ਮੀਨ ਤੇ ਰਹਾਂਗਾ, ਤੇਰੇ ਲਈ ਜੀਵਾਂਗਾ ਤਾਂ ਤੇਰੇ ਲਈ ਮਰਾਂਗਾ। ਜੀ ਬਹੁਤ ਅੱਛੀ ਗੱਲ। ਔਰ ਜੋ ਤੁਸੀਂ ਸੁਣ ਰਹੇ ਹੋ ਇੱਕ ਕਹਾਣੀ ਕਿ ਕਿਸ ਤਰ੍ਹਾਂ ਇੱਕ ਇਨਸਾਨ ਜਿਹੜਾ ਉਹ ਆਪਣੇ ਹੀ ਕੰਮ ਔਰ ਆਪਣੇ ਹੀ ਧੰਦੇ ਦੇ ਵਿੱਚ ਲੱਗਿਆ, ਲੇਕਿਨ ਆਪਣੇ ਧੰਦੇ ਵਿੱਚ ਆਪਣੇ ਕੰਮ ਦੇ ਵਿੱਚ ਗੁਜ਼ਰਦਿਆਂ ਇੱਕ ਜੀਵਨ ਦੇ ਵਿੱਚ ਇਹੋ ਜਿਹਾ ਮੌਕਾ ਆ ਗਿਆ ਕਿ ਜਦੋਂ ਉਹ ਜਿਹੜਾ ਬੀਜ ਸੀ, ਜਿਹੜੀ ਬਾਣੀ ਸੀ, ਜਿਹੜਾ ਪਰਮੇਸ਼ਵਰ ਦਾ ਕਲਾਮ ਅੰਦਰ ਸੀਗਾ, ਉਹਨੇ ਬੋਲਿਆ। ਸੋ ਅੱਜ ਸ਼ਾਇਦ ਤੁਸੀਂ ਵੀ ਇਸ ਟੀਵੀ ਦੇ ਅੱਗੇ ਜਾਂ ਕਿਸੇ ਇੰਟਰਨੈਟ ਤੇ ਵਾਚ ਕਰ ਰਹੇ ਹੋ, ਆਪਣੇ ਸ਼ਾਇਦ ਕਿਸੇ ਸਮਾਰਟਫੋਨ ਤੇ ਤੁਸੀਂ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਔਰ ਸ਼ਾਇਦ ਤੁਸੀਂ ਵੀ ਇਸੇ ਤਰੀਕੇ ਨਾਲ ਸ਼ਾਇਦ ਸਬੱਬੀ ਆ ਗਿਆ ਇਹਦੇ ਉੱਤੇ। ਲੇਕਿਨ ਜਿਵੇਂ ਹੁਣ ਤੁਸੀਂ ਅੱਗੇ ਸੁਣੋਗੇ ਕਿ ਇੱਕ ਆਮ ਹੀ ਚੱਲਦਿਆਂ ਜੀਵਨ ਦੇ ਵਿੱਚ ਕਿਵੇਂ ਪਰਮੇਸ਼ਵਰ ਜਿਹੜਾ ਹੈ ਉਹ ਜੀਵਨ ਜਲ ਦੀ ਦਰਿਆ ਜਿਹੜੇ ਉਹ ਸਾਡੇ ਜੀਵਨਾਂ 'ਚ ਵਗਾ ਦਿੰਦਾ ਹੈ। ਸੋ ਆਓ ਆਪਾਂ ਉਸ ਗੱਲ ਨੂੰ ਸੁਣਦੇ ਹਾਂ। ਲੇਕਿਨ ਇਸ ਲਈ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਰੋਕਿਆ ਸੀ ਤਾਂ ਕਿ ਤੁਸੀਂ ਵੀ ਜਾਣ ਲਵੋ ਕਿ ਅੱਜ ਤੁਹਾਡੇ ਵੀ ਜੀਵਨ ਦੇ ਵਿੱਚ ਕੰਮ ਹੋਣ ਲੱਗਿਆ। ਆਓ ਸੁਣਦੇ ਹਾਂ ਜੀ। ਜਦੋਂ ਮੈਂ ਪ੍ਰਾਰਥਨਾ ਕੀਤੀ ਪਰਮੇਸ਼ਰ ਮੈਨੂੰ ਮੌਤ ਤੋਂ ਜ਼ਿੰਦਗੀ ਦੇ, ਤੇ ਉਹ ਪਰਮੇਸ਼ਰ ਦੇ ਵਚਨ 'ਚ ਜਿਵੇਂ ਲਿਖਿਆ ਕਿ ਜਬਰੈਲ ਫਰਿਸ਼ਤਾ ਮਰੀਅਮ ਦੇ ਕੋਲ ਆਇਆ, ਜਾਂ ਪਤਰਸ ਨੂੰ ਫਰਿਸ਼ਤੇ ਨੇ ਆ ਕੇ ਕੈਦਖਾਨੇ ਤੋਂ ਛੁਟਕਾਰਾ ਦਿੱਤਾ, ਜਾਂ ਕਰਨੇਲੀਅਸ ਸੂਬੇਦਾਰ ਦੇ ਕੋਲ ਫਰਿਸ਼ਤਾ ਆਇਆ। ਅਸੀਂ ਇਹ ਗੱਲਾਂ ਨੂੰ ਬਾਈਬਲ ਦੇ ਵਿੱਚ ਪੜ੍ਹਿਆ, ਪਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਪਿੰਡ ਤੇ ਉਸ ਨੌਜਵਾਨ ਤੇ ਐਡੀ ਕਿਰਪਾ ਸੀਗੀ ਕਿ ਜਿਹਦੇ ਨਾਲ ਫਰਿਸ਼ਤੇ ਆ ਕੇ ਗੱਲਾਂ ਕਰਦੇ ਸੀ, ਬਾਈਬਲ ਸਿਖਾਉਂਦੇ ਸੀ, ਤੇ ਉਹਨੇ ਵੀ ਮੈਨੂੰ ਬਹੁਤ ਵਾਰੀ ਬਾਈਬਲ ਦਾ ਵਚਨ ਦੱਸਿਆ ਸੀ, ਪਰ ਮੈਂ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ। ਤੇ ਜਦੋਂ ਮੈਂ ਪ੍ਰਾਰਥਨਾ ਕੀਤੀ, ਅਰਦਾਸ ਕੀਤੀ ਆ, ਤੇ ਪਰਮੇਸ਼ਰ ਨੇ ਇੱਕ ਅਜੀਬ ਤਰੀਕੇ ਨਾਲ ਇਹ ਮੇਰੇ ਜੀਵਨ ਦੇ ਵਿੱਚ ਚਮਤਕਾਰ ਕੀਤਾ, ਤੇ ਮੇਰੀ ਜਿਹੜੀ ਮੌਤ ਸੀ, ਜਿਹਨੂੰ ਮੈਂ ਅੱਖਾਂ ਨਾਲ ਦੇਖ ਰਿਹਾ ਸੀ ਕਿ ਅੱਜ ਮੈਂ ਜ਼ਿੰਦਗੀ ਦੇ ਆਖਰੀ ਪਲਾਂ ਦੇ ਉੱਤੇ ਹਾਂ, ਤੇ ਪਰਮੇਸ਼ਰ ਨੇ ਆਪਣੀ ਕਿਰਪਾ ਬਹਾਲ ਕੀਤੀ। ਜਿਸੇ ਤਰ੍ਹਾਂ ਮੈਂ ਮੌਤ ਦੇ ਮੂੰਹ 'ਚ ਡਿੱਗਿਆ ਪਿਆ ਸੀਗਾ, ਜਦੋਂ ਮੈਂ 2 ਸ਼ਬਦਾਂ ਦੀ ਪ੍ਰਾਰਥਨਾ ਕੀਤੀ ਹੈ, ਤੇ ਉਸ ਸਮੇਂ ਉਹ ਨੌਜਵਾਨ ਜਿਹਦੇ ਨਾਲ ਫਰਿਸ਼ਤੇ ਗੱਲਾਂ ਕਰਦੇ ਸੀ, ਬਾਈਬਲ ਸਿਖਾਉਂਦੇ ਸੀਗੇ, ਤੇ ਉਹ ਆਪਣੇ ਘਰ ਦੇ ਵਿੱਚ ਚੇਅਰ ਦੇ ਉੱਤੇ ਬੈਠਾ ਬਾਈਬਲ ਪੜ੍ਹਦਾ ਸੀ। ਜਿੱਦਾਂ ਪ੍ਰਾਰਥਨਾ ਕੀਤੀ ਆ, ਆਕਾਸ਼ ਤੋਂ ਫਰਿਸ਼ਤਾ ਉਤਰ ਕੇ ਆਇਆ, ਉਹਨੂੰ ਕਿਹਾ ਬਾਈਬਲ ਬੰਦ ਕਰ ਦੇ, ਉਹਨੇ ਬੰਦ ਕਰਤੀ। ਔਰ ਬੈੱਡ ਦੇ ਉੱਤੇ ਚਾਦਰ ਪਈ ਸੀ, ਉਹਨੂੰ ਕਿਹਾ ਚੱਕ, ਉਹਨੇ ਚੱਕੀ। ਫਰਿਸ਼ਤਾ ਕਹਿੰਦਾ ਜਿੱਦਾਂ ਮੈਂ ਦੌੜਦਾ, ਮੇਰੇ ਨਾਲ ਦੌੜਨਾ ਸ਼ੁਰੂ ਕਰ। ਜਿੱਥੇ ਮੈਂ ਡਿੱਗਿਆ ਪਿਆ ਸੀਗਾ ਉਹ 10 ਫੁੱਟ ਦੀ ਦੂਰੀ ਤੇ ਇਹ ਨੌਜਵਾਨ ਮੇਰੇ ਕੋਲ ਆ ਕੇ ਖੜਾ ਹੋ ਗਿਆ, ਔਰ ਉਹਨੇ ਮੈਨੂੰ ਪੁੱਛਿਆ, ਫਰਿਸ਼ਤੇ ਨੇ ਕਿਹਾ ਇਹਨੂੰ ਪੁੱਛ ਅੱਗੇ ਤੋਂ ਪਾਪ ਤਾਂ ਨਾ ਕਰੇਗਾ, ਕਿਉਂਕਿ ਮੈਂ ਇਸ ਚੀਜ਼ ਨੂੰ ਹੁਣ ਮਹਿਸੂਸ ਕਰਦਾ ਕਿ ਰੱਬ ਦੀ ਮੇਰੇ ਲਈ ਕੋਈ ਖਾਸ ਬੁਲਾਹਟ ਜਾਂ ਯੋਜਨਾ ਸੀ ਕਿ ਜਿਹੜਾ ਮੈਨੂੰ ਬਾਰ-ਬਾਰ ਪਰਮੇਸ਼ਰ ਆਪਣਾ ਵਚਨ ਦੇ ਰਿਹਾ ਸੀ, ਪਰ ਮੈਂ ਉਹਨੂੰ ਮੰਨ ਨਹੀਂ ਰਿਹਾ ਸੀ। ਤੇ ਉਸ ਦਿਨ ਵੀ ਉਹ ਨੌਜਵਾਨ ਮੇਰੇ ਕੋਲ ਜਦੋਂ ਆਇਆ ਤੇ ਫਰਿਸ਼ਤੇ ਨੇ ਕਿਹਾ ਇਹਨੂੰ ਪੁੱਛ ਅੱਗੇ ਤੋਂ ਪਾਪ ਤਾਂ ਨਾ ਕਰੇਗਾ। ਮੈਂ ਕਿਹਾ ਮੈਂ ਕੀ ਗੁਨਾਹ ਕਰਨੇ ਨੇ, ਹੁਣ ਮੇਰੀ ਜ਼ਿੰਦਗੀ ਦਾ ਅੰਤ ਹੈ। ਤੇ ਉਹ ਜਿਹੜੀ ਉਹਦੇ ਹੱਥ 'ਚ ਚਾਦਰ ਸੀ, ਫਰਿਸ਼ਤੇ ਨੇ ਕਿਹਾ ਇਹਦੇ ਸਿਰ ਉੱਤੇ ਪਾ ਦੇ। ਤੇ ਜਦੋਂ ਮੇਰੇ ਉਹ ਚਾਦਰ ਸਿਰ ਦੇ ਉੱਤੇ ਪਾਈ ਤੇ ਮੈਂ ਇੱਦਾਂ ਮਹਿਸੂਸ ਕੀਤਾ ਕਿ ਜਿਵੇਂ ਕੋਈ ਸ਼ਕਤੀਸ਼ਾਲੀ ਆਦਮੀ ਮੇਰੇ ਅੰਦਰ ਦਾਖਲ ਹੋ ਗਿਆ। ਔਰ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ, ਯਸ਼ਯਾ ਦੀ ਪੁਸਤਕ 28 ਅਧਿਆਇ ਉਹਦੀ 2 ਐਤ ਦੇ ਵਿੱਚ, ਕਿ ਪਰਮੇਸ਼ਰ ਦੇ ਕੋਲ ਇੱਕ ਸਮਰੱਥੀ ਜਨ ਹੈ। ਮੈਂ ਮਹਿਸੂਸ ਕੀਤਾ ਕਿ ਉਹ ਹੋਲੀ ਸਪਿਰਿਟ ਸੀ, ਪਵਿੱਤਰ ਆਤਮਾ ਸੀ, ਜਿਹੜਾ ਮੇਰੇ ਸਰੀਰ ਦੇ ਵਿੱਚ ਦਾਖਲ ਹੋਇਆ। ਜਾਂ ਜ਼ਬਰਦਸਤ ਕਰੰਟ ਲੱਗਦਾ ਤੇ ਅੱਧੇ ਘੰਟੇ ਦਾ ਉਹ ਡੂਮਣੇ ਦਾ ਜਿਹੜਾ ਪਾਇਜ਼ਨ ਜਾਂ ਜ਼ਹਿਰ ਸੀ ਉਹ ਮੇਰੇ ਸਰੀਰ 'ਚੋਂ ਖਤਮ ਹੋ ਗਿਆ। ਤੇ ਉਦੋਂ ਮੈਂ ਵਿਸ਼ਵਾਸ ਕੀਤਾ ਕਿ ਹੁਣ ਮੈਂ ਮਰਾਂਗਾ ਨਹੀਂ, ਬਲਕਿ ਜਿਉਂਦਾ ਰਹਾਂਗਾ। ਬਹੁਤ ਖੂਬ, ਬਹੁਤ ਖੂਬ। ਔਰ ਇਸ ਤਰ੍ਹਾਂ ਪਰਮੇਸ਼ਰ ਨੇ ਮੇਰੀ ਜਿਹੜੀ ਮੌਤ ਸੀ ਉਹਨੂੰ ਜ਼ਿੰਦਗੀ ਦੇ ਵਿੱਚ ਬਦਲਿਆ। ਔਰ ਮੈਨੂੰ ਇਸ ਤਰੀਕੇ ਨਾਲ ਉਸ ਸਮੇਂ 100% ਵਿਸ਼ਵਾਸ ਹੋ ਗਿਆ ਕਿ ਸੱਚਮੁੱਚ ਹੀ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਉੱਤੇ ਇਨਸਾਨ ਨੂੰ ਜੀਵਨ ਦੇਣ ਦੇ ਲਈ ਆਇਆ। ਬਹੁਤ ਅੱਛੀ ਗੱਲ ਜੋ ਅਸੀਂ ਸੰਤ ਜੀ ਤੋਂ ਸੁਣੀ ਆ ਕਿ ਕਿਸ ਤਰੀਕੇ ਨਾਲ ਜਦੋਂ ਇਹ ਉਸ ਮੱਖੀਆਂ ਦੇ ਲੜਨ ਕਰਕੇ, ਉਹਦੇ ਜ਼ਹਿਰ ਦੇ ਕਰਕੇ ਪਏ ਸੀ, ਔਰ ਸ਼ਾਇਦ ਇਹ ਸੋਚਦੇ ਸੀ ਕਿ ਅੱਜ ਉਹਨਾਂ ਦਾ ਜੀਵਨ ਦਾ ਅੰਤ ਹੈ, ਉਹਨਾਂ ਦਾ ਜੀਵਨ ਦਾ ਖਾਤਮਾ ਹੈ। ਲੇਕਿਨ ਪਰਮੇਸ਼ਵਰ ਦਾ ਆਤਮਾ ਕਹਿੰਦੇ ਕਿ ਮੇਰੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਿਆ। ਔਰ ਪਰਮੇਸ਼ਵਰ ਦੇ ਆਤਮਾ ਨੇ ਜਦੋਂ ਪ੍ਰਵੇਸ਼ ਕੀਤਾ, ਫਿਰ ਪਤਾ ਲੱਗਿਆ ਕਿ ਯਿਸੂ ਮਸੀਹ ਵਾਕਿਆ ਹੀ ਧਰਤੀ ਦੇ ਉੱਤੇ ਜੀਵਨ ਦੇਣ ਦੇ ਲਈ ਆਇਆ। ਤਾਂ ਦੋਸਤੋ, ਉਹੀ ਪ੍ਰਭੂ ਯਿਸੂ ਮਸੀਹ ਅੱਜ ਵੀ ਆ, ਔਰ ਤੁਹਾਨੂੰ ਵੀ ਉਹ ਜੀਵਨ ਦੇਣਾ ਚਾਹੁੰਦੇ ਆ। ਅਗਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਜੀਵਨ ਨਹੀਂ, ਔਰ ਤੁਸੀਂ ਇੱਕ ਮੁਰਦਾ ਜਿਸਮ ਲੈ ਕੇ ਫਿਰਦੇ ਹੋ, ਤੇ ਅੱਜ ਤੁਸੀਂ ਵੀ ਜਿੰਦੇ ਹੋ ਜਾਓਗੇ।
ਸਿਰਫ ਇੱਕ ਛੋਟਾ ਜਿਹਾ ਵਿਸ਼ਵਾਸ ਕਰਨ ਦੀ ਜ਼ਰੂਰਤ ਆ। ਸੋ ਸੰਤ ਜੀ, ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਗਏ ਤੇ ਫਿਰ ਤੁਸੀਂ ਕੀ ਆਪਣੇ ਵਿੱਚ ਕੋਈ ਵੱਖਰਾਪਣ, ਕੀ ਤੁਸੀਂ ਬਦਲਾਅ ਦੇਖਿਆ? ਹਾਂ, ਉਸ ਸਥਿਤੀ ਦੇ ਵਿੱਚ ਮੈਂ ਉਹ ਪਰਮੇਸ਼ਰ ਦੀ ਯੋਜਨਾ ਨੂੰ ਅੱਜ ਵੀ ਮਹਿਸੂਸ ਕਰਦਾ ਹਾਂ ਕਿ ਰੱਬ ਦੀ ਜਿਹੜੀ ਮੇਰੀ ਜ਼ਿੰਦਗੀ ਦੇ ਲਈ ਯੋਜਨਾ ਸੀ, ਕਿਉਂਕਿ ਜਦੋਂ ਮੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ ਤੇ ਉਸ ਤੋਂ ਪੂਰੇ ਤੀਸਰੇ ਦਿਨ ਇੱਕ ਰਿਸ਼ਤੇਦਾਰ ਸੀ, ਉਹ ਪ੍ਰੇਮੀ ਮੇਰੇ ਘਰ ਦੇ ਵਿੱਚ ਹੀ ਆਇਆ ਮਿਲਣ ਵਾਸਤੇ, ਜਿਹੜਾ ਬਹੁਤ ਲੰਬੇ ਸਮੇਂ ਤੋਂ ਬਿਮਾਰ ਸੀਗਾ। ਤੇ ਉਸ ਵੇਲੇ ਪਰਮੇਸ਼ਰ ਦੇ ਆਤਮਾ ਨੇ ਮੈਨੂੰ ਉਕਸਾਇਆ ਕਿ ਜਿੱਦਾਂ ਤੈਨੂੰ ਮੌਤ ਤੋਂ ਜ਼ਿੰਦਗੀ ਮਿਲੀ ਹੈ, ਜੇ ਤੂੰ ਇਹਨੂੰ ਮੇਰੇ ਵਚਨ ਦੱਸੇਗਾ, ਬਾਈਬਲ ਦੇ ਵਚਨ ਦੱਸੇਗਾ, ਤੇ ਇਹਨੂੰ ਵੀ ਚੰਗਾਈ ਮਿਲ ਸਕਦੀ ਹੈ। ਔਰ ਜਦੋਂ ਮੈਂ ਪਰਮੇਸ਼ਰ ਦੇ ਆਤਮਾ ਦੇ ਉਕਸਾਏ ਹੋਏ ਉਹਨੂੰ ਪ੍ਰਭੂ ਦਾ ਵਚਨ ਦੱਸਿਆ ਕਿ ਅੱਜ ਤੋਂ 3 ਦਿਨ ਪਹਿਲਾਂ ਪਰਮੇਸ਼ਰ ਨੇ ਮੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ ਆ, ਤੇ ਜੇ ਤੂੰ ਵਿਸ਼ਵਾਸ ਕਰੇ ਤੇ ਬੁਰਾਈ ਨੂੰ ਤਿਆਗ ਦੇਵੇਂ ਤੇ ਯਿਸੂ ਤੇ ਈਮਾਨ ਲਿਆਵੇਂ ਤੇ ਉਹ ਤੈਨੂੰ ਸਾਰੇ ਰੋਗ ਤੋਂ ਛੁਟਕਾਰਾ ਦੇਵੇਗਾ। ਔਰ ਜਦੋਂ ਮੈਂ ਉਸ ਨੂੰ ਵਚਨ ਦੱਸਿਆ ਤੇ ਉਸ ਤੋਂ ਪੂਰੇ ਤੀਸਰੇ ਦਿਨ, ਕੁੱਲ ਮਿਲਾ ਕੇ ਜਿਸ ਦਿਨ ਮੈਨੂੰ ਮੌਤ ਤੋਂ ਜ਼ਿੰਦਗੀ ਮਿਲੀ, ਉਸ ਤੋਂ 6ਵੇਂ ਦਿਨ ਬਾਅਦ 'ਚ ਉਸ ਪ੍ਰੇਮੀ ਨੇ ਮੈਨੂੰ ਸੰਦੇਸ਼ ਭੇਜਿਆ ਕਿ ਮੈਂ ਉਸ ਦਿਨ ਤੋਂ ਆਪਣੇ ਆਪ ਨੂੰ ਬਹੁਤ ਚੰਗਾ ਮਹਿਸੂਸ ਕਰਦਾ ਹਾਂ ਤੇ ਮੈਂ ਹੁਣ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਹੀ ਮੇਰਾ ਮੁਕਤੀਦਾਤਾ ਹੈ। ਬਹੁਤ ਖੂਬ, ਬਹੁਤ ਖੂਬ। ਅੱਜ 6ਵੇਂ ਦਿਨ ਇਸ ਤਰ੍ਹਾਂ ਪਰਮੇਸ਼ਰ ਨੇ ਮੇਰੀ ਜ਼ਿੰਦਗੀ, ਉਸ ਪ੍ਰੇਮੀ ਤੇ ਕਿਰਪਾ ਕੀਤੀ ਤੇ ਇਸ ਤਰੀਕੇ ਨਾਲ 6ਵਾਂ 7ਵਾਂ ਦਿਨ 8ਵਾਂ ਦਿਨ ਕਰਦੇ ਕਰਦੇ ਪਰਮੇਸ਼ਰ ਨੇ ਆਪਣੀ ਜਿਹੜੀ ਸੇਵਾ ਸੀਗੀ ਉਹ ਮੇਰੇ ਤੋਂ ਲੈਣੀ ਸ਼ੁਰੂ ਕਰ ਦਿੱਤੀ, ਆਪਣਾ ਫਜ਼ਲ ਮੇਰੇ ਤੇ ਕੀਤਾ ਤੇ ਕਰਦੇ ਕਰਦੇ ਪਰਮੇਸ਼ਰ ਨੇ ਆਪਣੀਆਂ ਰਹਿਮਤਾਂ ਨੂੰ ਬਹਾਲ ਕੀਤਾ ਤੇ ਪੂਰੇ ਪੰਜਾਬ ਦੇ ਵਿੱਚ ਜੀ, ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ, ਨਾਗਾਲੈਂਡ 'ਚ, ਮਿਜ਼ੋਰਮ, ਮੇਘਾਲਿਆ, ਯੂਪੀ, ਹਿਮਾਚਲ ਪ੍ਰਦੇਸ਼, ਹਰਿਆਣਾ ਸਟੇਟ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਤਕਰੀਬਨ ਭਾਰਤ ਦੇਸ਼ ਦੇ 22 ਸਟੇਟਾਂ 'ਚ ਜੀ ਤੇ 8-9 ਚੈਨਲਾਂ ਦੇ ਉੱਤੇ ਪਰਮੇਸ਼ਰ ਨੇ ਆਪਣੇ ਵੱਡੇ ਫਜ਼ਲ ਨੂੰ ਪ੍ਰਗਟ ਕੀਤਾ ਤੇ ਇਹ ਅੱਜ ਤੱਕ 25 ਸਾਲ ਹੋ ਗਏ ਨੇ ਤੇ ਇਹ ਖੁਦਾ ਦਾ ਫਜ਼ਲ ਹੈ ਕਿ ਉਹਨੇ ਇਹਨਾਂ 25 ਸਾਲਾਂ 'ਚ ਪੂਰੇ ਸੰਸਾਰ ਦੇ ਉੱਤੇ ਆਪਣੀ ਵੱਡੀ ਕਿਰਪਾ ਨੂੰ ਬਹਾਲ ਕੀਤਾ। ਤੇ ਪਿਛਲੇ ਮਹੀਨੇ ਦੇ ਵਿੱਚ ਹੀ ਅਸੀਂ 16 ਮਈ ਨੂੰ ਪੰਜਾਬ ਦੇ ਵਿੱਚ ਜਲੰਧਰ ਤੇ ਆਪਣੇ ਜੱਦੀ ਪਿੰਡ ਬਿਆਸ ਪਿੰਡ ਦੇ ਵਿੱਚ ਸਿਲਵਰ ਜੁਬਲੀ ਮਨਾਈ 25 ਸਾਲਾਂ, ਜਿਹਦੇ ਵਿੱਚ 16-17 ਹਜ਼ਾਰ ਦਾ ਇਕੱਠ ਸੀ ਤੇ 800 ਦੇ ਕਰੀਬ ਪਾਸਟਰ ਸਾਹਿਬਾਨ ਸੀ ਤੇ ਜਿੱਥੇ ਪਰਮੇਸ਼ਰ ਨੇ ਆਪਣੇ ਵੱਡੇ ਫਜ਼ਲ ਨੂੰ ਪ੍ਰਗਟ ਕੀਤਾ। ਇਸ ਤਰ੍ਹਾਂ 25 ਸਾਲਾਂ ਦੇ ਵਿੱਚ ਖੁਦਾ ਨੇ ਆਪਣੀ ਕਿਰਪਾ ਬਹਾਲ ਕੀਤੀ ਤੇ 1995 ਦੇ ਵਿੱਚ ਮੈਨੂੰ ਪਹਿਲੀ ਵਾਰੀ ਅਸਾਮ ਸਟੇਟ ਜਾਣ ਦਾ ਮੌਕਾ ਮਿਲਿਆ ਜੀ ਤੇ ਮੇਰੇ ਹਿਰਦੇ 'ਚ ਇਹ ਤੜਫ ਸੀ ਜਦੋਂ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਕਿ ਜੋ ਬਾਈਬਲ ਕਹਿੰਦੀ ਹੈ ਉਹਦੇ ਅਨੁਸਾਰ ਪ੍ਰੇਮੀ ਦਾ ਜੀਵਨ ਹੋਣਾ ਚਾਹੀਦਾ ਤੇ ਮੈਂ ਇਹੋ ਜਿਹੇ ਪ੍ਰੇਮੀ ਦੀ ਤਲਾਸ਼ ਦੇ ਵਿੱਚ ਸੀ ਜੀ। 90 ਦੇ ਵਿੱਚ ਫਿਰ ਮੈਨੂੰ ਸਾਧੂ ਕਿਸ਼ਨ ਸਿੰਘ, ਸਿਸਟਰ ਸ਼ਾਂਤਾ ਕੌਰ ਦੀ ਉਹਨਾਂ ਦੀ ਜੀਵਨੀ ਜਿਹੜੀ ਆ ਮਿਲੀ ਕਿ ਕਿੱਦਾਂ ਉਹਨਾਂ ਨੇ ਆਪਣਾ ਜੀਵਨ ਪ੍ਰਭੂ ਦੇ ਲਈ ਅਰਪਣ ਕੀਤਾ ਤੇ ਕਿੱਦਾਂ ਅੱਜ ਉਹ ਸੇਵਾ ਕਰ ਰਹੇ ਨੇ। ਤੇ ਮੇਰੀ ਇੱਛਾ ਸੀ ਕਿ ਇਹੋ ਜਿਹੇ ਪ੍ਰੇਮੀਆਂ ਨੂੰ ਮਿਲੀਏ ਤਾਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਿੱਖ ਕੇ ਦੂਜਿਆਂ ਨੂੰ ਸਿਖਾ ਸਕੀਏ। ਇਹ ਮੇਰੀ ਮੁਰਾਦ 90 ਤੋਂ ਬਾਅਦ 95 ਦੇ ਵਿੱਚ ਪੂਰੀ ਹੋਈ ਤੇ ਮੈਂ ਪਹਿਲੀ ਵਾਰੀ 24 ਮਾਰਚ 1995 ਨੂੰ ਜਲੰਧਰ ਤੋਂ ਟ੍ਰੇਨ 'ਚ ਬਹਿ ਕੇ ਚੌਥੇ ਦਿਨ ਮੈਂ ਅਸਾਮ ਸਟੇਟ ਦੇ ਵਿੱਚ ਪਹੁੰਚਿਆ ਜੀ ਤੇ ਸਾਧੂ ਜੀ ਉਹਨਾਂ ਨੂੰ ਮਿਲੇ, 2 ਮਹੀਨੇ ਦੇ ਕਰੀਬ ਰਹਿ ਕੇ ਬਹੁਤ ਕੁਝ ਸਿੱਖਿਆ, ਉਹਨਾਂ ਦੀ ਗਵਾਹੀ, ਉਹਨਾਂ ਦੇ ਅਨੁਭਵ ਨੂੰ। ਤੇ ਮੈਂ ਜਦੋਂ ਮਾਰਚ 'ਚ ਗਿਆ ਤੇ ਜੂਨ 'ਚ ਵਾਪਸ ਆ ਗਿਆ ਤੇ ਫਿਰ ਮੈਂ ਉਸੇ ਸਾਲ 'ਚ ਅਕਤੂਬਰ 'ਚ ਗਿਆ ਤੇ ਫਿਰ ਮੈਂ ਦਸੰਬਰ ਦੇ ਵਿੱਚ ਵਾਪਸ ਆਇਆ ਤੇ ਇਸ ਤਰ੍ਹਾਂ ਪਰਮੇਸ਼ਰ ਨੇ ਆਪਣੀਆਂ ਰਹਿਮਤਾਂ ਬਹਾਲ ਕੀਤੀਆਂ। ਤੇ ਉਹਨਾਂ ਦਿਨਾਂ 'ਚ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਪਿੰਡ ਦੇ ਵਿੱਚ ਹੀ ਪਰਮੇਸ਼ਰ ਨੇ ਆਪਣੀ ਕਿਰਪਾ ਬਹਾਲ ਕੀਤੀ। ਜਦੋਂ ਮੇਰੇ ਵੱਡੇ ਭਾਈਆਂ ਨੇ ਪ੍ਰਭੂ ਨੂੰ ਗ੍ਰਹਿਣ ਕੀਤਾ ਸੀ ਤੇ ਉਹਨਾਂ 'ਚ ਇੱਕ ਭਾਈ ਰੇਸ਼ਮ ਲਾਲ ਜੋ ਅੱਜ ਵੀ ਇਟਲੀ ਦੇ ਵਿੱਚ ਨੇ ਤੇ ਉਹ ਪ੍ਰਚਾਰ ਵੀ ਕਰਦੇ ਨੇ। ਖੁਦਾ ਨੇ ਆਪਣੀ ਕਿਰਪਾ ਕੀਤੀ। 90 'ਚ ਉਹਨਾਂ ਨੇ ਚਾਹਿਆ ਕਿ ਜਰਮਨ ਦੇ ਵਿੱਚ ਜਾਣ ਦੇ ਲਈ ਇੱਛਾ ਪ੍ਰਗਟ ਕੀਤੀ ਔਰ ਜਦੋਂ ਇੱਛਾ ਪ੍ਰਗਟ ਕੀਤੀ ਤੇ ਅਸੀਂ ਘਰ ਬੈਠ ਕੇ ਫਿਰ ਪ੍ਰਾਰਥਨਾ ਕੀਤੀ ਕਿ ਪ੍ਰਭੂ ਜੇ ਤੂੰ ਭਾਈ ਨੂੰ ਸਫਲ ਕਰੇ ਤੇ ਸਭ ਤੋਂ ਪਹਿਲਾਂ ਬਿਆਸ ਪਿੰਡ ਦੇ ਵਿੱਚ ਤੇਰਾ ਭਵਨ ਬਣੇਗਾ। ਵਾਹ ਜੀ। 90 ਦੇ ਵਿੱਚ ਜਦੋਂ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਫਜ਼ਲ ਕੀਤਾ ਤੇ ਆਪਣੀ ਰਹਿਮਤ ਬਹਾਲ ਕੀਤੀ ਤੇ 95 ਦੇ ਵਿੱਚ ਬਿਆਸ ਪਿੰਡ ਦੇ ਵਿੱਚ 12 ਮਾਲੇ ਜਗ੍ਹਾ ਲੈ ਕੇ ਭਵਨ ਬਣਾਇਆ ਤੇ ਪਰਮੇਸ਼ਰ ਨੇ ਆਪਣੀ ਕਿਰਪਾ ਬਹਾਲ ਕੀਤੀ। ਤੇ ਉਹਨਾਂ ਦਿਨਾਂ 'ਚ ਹੀ ਸਾਧੂ ਕਿਸ਼ਨ ਸਿੰਘ ਤੇ ਸਿਸਟਰ ਸ਼ਾਂਤਾ ਕੌਰ ਨੂੰ 1996 ਦੇ ਵਿੱਚ 1 ਜੂਨ ਨੂੰ ਬੁਲਾਇਆ ਗਿਆ। 5 ਦਿਨ ਦੀ ਕਨਵੈਨਸ਼ਨ ਹੋਈ ਤੇ ਉਹਨਾਂ ਨੇ ਹੀ ਚਰਚ ਦਾ ਉਦਘਾਟਨ ਕੀਤਾ। ਇਹ ਧਰਤੀ ਤੇ ਸ਼ਾਂਤੀ ਸੇਵਕਾਈ ਦਾ ਪਹਿਲਾ ਚਰਚ ਸੀ ਤੇ ਇਸ ਵੇਲੇ ਪਰਮੇਸ਼ਰ ਨੇ 7-8 ਚਰਚ ਜਿਹੜੇ ਆ ਉਹ ਦਿੱਤੇ ਨੇ।
ਹਜ਼ਾਰਾਂ ਲੱਖਾਂ ਸੰਗਤਾਂ ਦਿੱਤੀਆਂ ਆ ਤੇ ਇਸ ਤਰੀਕੇ ਨਾਲ ਪਰਮੇਸ਼ਰ ਨੇ ਆਪਣਾ ਕੰਮ ਜਿਹੜਾ ਆ ਉਹ ਮੇਰੇ ਜੀਵਨ ਦੇ ਵਿੱਚ ਸੇਵਕਾਈ ਦੇ ਵਿੱਚ ਸ਼ੁਰੂ ਕੀਤਾ। ਜੀ ਬਹੁਤ ਦਿਲ ਨੂੰ ਖੁਸ਼ੀ ਹੁੰਦੀ ਹੈ, ਬੜਾ ਆਨੰਦ ਹੁੰਦਾ ਹੈ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਪਰਮੇਸ਼ਵਰ ਜਿਹੜਾ ਉਹ ਤੁਹਾਨੂੰ ਸਿਰਫ ਇੰਡੀਆ ਵਿੱਚ ਨਹੀਂ ਬਲਕਿ ਇੰਡੀਆ ਤੋਂ ਬਾਹਰ ਵੀ, ਜਿਸ ਤਰ੍ਹਾਂ ਅੱਜ ਵੀ ਤੁਸੀਂ ਵਿਦੇਸ਼ ਦੇ ਵਿੱਚ ਬੈਠੇ ਹੋ ਔਰ ਇੱਕ ਮਾਧਿਅਮ ਔਰ ਇੱਕ ਟੀਵੀ ਦੇ ਜ਼ਰੀਏ ਅਲੱਗ-ਅਲੱਗ ਹੋਰ ਵੀ ਦੇਸ਼ਾਂ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ। ਲੇਕਿਨ ਕੀ ਦੇਖਦੇ ਹੋ, ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ 25 ਸਾਲਾ ਜਿਹੜੀ ਸਿਲਵਰ ਜੁਬਲੀ ਸੀ ਉਹ ਸੈਲੀਬ੍ਰੇਟ ਕੀਤੀ, ਜਿਹਦੇ ਵਿੱਚ ਕਰੀਬ 800 ਪਾਸਟਰਸ ਸਾਹਿਬਾਨ ਆਏ। ਉਹਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਚਪਨ ਦੇ ਵਿੱਚ ਸੀ ਤੇ ਬਹੁਤ ਮੁਸ਼ਕਲ ਸੀਗਾ ਕਿ ਪੰਜਾਬ ਦੇ ਵਿੱਚ ਕਿਤੇ ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਦੇ ਬਾਰੇ ਸੁਣਿਆ ਜਾਵੇ। ਬਹੁਤ ਸਾਰੇ ਲੋਕਾਂ ਨੂੰ ਸ਼ੰਕੇ ਪੈਦਾ ਹੁੰਦੇ, ਬਹੁਤ ਸਾਰੇ ਲੋਕਾਂ ਨੂੰ ਸਵਾਲ ਪੈਦਾ ਹੁੰਦੇ ਆ ਇਸ ਗੱਲ ਦੇ ਪਿੱਛੇ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਕਿਉਂ ਇੰਨੇ ਲੋਕ ਜਿਹੜੇ ਨੇ ਉਹ ਪ੍ਰਭੂ ਯਿਸੂ ਮਸੀਹ ਨੂੰ ਕਹਿਣ ਲੱਗੇ ਨੇ ਕਿ ਤੁਸੀਂ ਸਾਡਾ ਮੁਕਤੀਦਾਤਾ ਹੋ? ਕਿਉਂ ਇੰਨੇ ਸਾਰੇ ਲੋਕ ਜਿਹੜੇ ਆ ਉਹ ਰੱਬ ਦੇ ਵੱਲ ਮੁੜ ਰਹੇ ਨੇ? ਇਹਦੇ ਵਿੱਚ ਕੋਈ ਖਾਸ ਸੁਨੇਹਾ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋਵੇ? ਹਾਂ, ਜਦੋਂ ਅਸੀਂ ਕਿਉਂਕਿ ਪ੍ਰਭੂ ਯਿਸੂ ਦੀ ਜਿਹੜੀ ਕੁਰਬਾਨੀ ਹੈ ਜੀ, ਉਹ ਇੱਕ ਇਨਸਾਨ ਦੇ ਲਈ, ਇੱਕ ਕੌਮ ਦੇ ਲਈ ਜਾਂ ਇੱਕ ਦੇਸ਼ ਦੇ ਲਈ ਨਹੀਂ ਹੋ ਜੀ, ਬਲਕਿ ਸਾਰੇ ਸੰਸਾਰ ਦੇ ਲਈ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਉਹ ਸ਼ਬਦ ਸੀ ਜਿਹੜੇ ਸ਼ਬਦ ਦੇ ਨਾਲ ਸਾਰੀ ਖਲਕਤ ਦੀ ਰਚਨਾ ਹੋਈ। ਤੇ ਜਦੋਂ ਇਨਸਾਨ ਉਹ ਸ਼ਬਦ ਜਿਹਦੇ ਤੋਂ ਇਨਸਾਨ ਪੈਦਾ ਹੋਇਆ ਆ, ਜਦੋਂ ਉਹ ਸ਼ਬਦ ਨੂੰ ਗ੍ਰਹਿਣ ਕਰਦਾ, ਉਹ ਵਚਨ ਨੂੰ ਗ੍ਰਹਿਣ ਕਰਦਾ ਆ, ਤੇ ਇਨਸਾਨ ਦੀ ਜ਼ਿੰਦਗੀ ਚੋਂ ਬੁਰਾਈ ਖਤਮ ਹੁੰਦੀ ਹੈ ਤੇ ਬੁਰਾਈ ਦੇ ਕਾਰਨ ਆਏ ਹੋਏ ਸ਼ਰਾਬ ਖਤਮ ਹੁੰਦੇ ਆ ਤੇ ਸ਼ਰਾਬ ਦੇ ਨਾਲ ਜਿਹੜਾ ਮੌਤ ਦਾ ਖੌਫ ਹੈ ਉਸ ਤੋਂ ਵੀ ਇਨਸਾਨ ਨੂੰ ਛੁਟਕਾਰਾ ਮਿਲਦਾ ਆ। ਕਿਉਂਕਿ ਪ੍ਰਭੂ ਯਿਸੂ ਨੇ ਸਾਰੇ ਸੰਸਾਰ ਦੀ ਖਾਤਰ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਆ। ਇਸ ਕਰਕੇ ਜਦੋਂ ਅਸੀਂ ਉਹਦੇ ਕੋਲ ਆਉਂਦੇ ਹਾਂ ਜਾਂ ਉਹਦੇ ਤੇ ਈਮਾਨ ਲਿਆਉਂਦੇ ਹਾਂ ਤੇ ਪਰਮੇਸ਼ਰ ਆਪਣੇ ਪੁੱਤਰ ਯਿਸੂ ਦੇ ਦੁਆਰਾ ਸਾਨੂੰ ਚੰਗਾਈ ਨਹੀਂ ਬਲਕਿ ਸਰਾਪਾਂ ਤੋਂ ਵੀ ਛੁਟਕਾਰਾ ਦਿੰਦਾ ਆ। ਤੇ ਅੱਜ ਹਰ ਇਨਸਾਨ ਇਸ ਲਈ ਖੁਦਾ ਦੀ ਇਬਾਦਤ ਜਾਂ ਭਗਤੀ ਕਰਦਾ ਹੈ ਕਿ ਮੇਰੀ ਜ਼ਿੰਦਗੀ 'ਚ ਸ਼ਾਂਤੀ ਆਵੇ, ਮੇਰੇ ਘਰ 'ਚ ਸ਼ਾਂਤੀ ਆਵੇ ਤੇ ਪਰਮੇਸ਼ਰ ਆਪਣੀਆਂ ਰਹਿਮਤਾਂ ਬਹਾਲ ਕਰੇ। ਅੱਜ ਜੇਕਰ ਇਨਸਾਨ ਖੁਦਾ ਦੀ ਇਬਾਦਤ ਕਰ ਰਿਹਾ ਜਾਂ ਖੁਦਾ ਦੀ ਤਲਾਸ਼ ਦੇ ਵਿੱਚ ਹੈ ਤੇ ਉਹਦਾ ਪਿੱਛੇ ਕਾਰਨ ਇਹੀ ਹੈ ਕਿ ਇਨਸਾਨ ਸ਼ਾਂਤੀ ਚਾਹੁੰਦਾ ਹੈ ਜੀ, ਇਨਸਾਨ ਆਨੰਦ ਚਾਹੁੰਦਾ ਹੈ, ਇਨਸਾਨ ਜ਼ਿੰਦਗੀ ਦੀ ਤਸੱਲੀ ਚਾਹੁੰਦਾ ਹੈ। ਪਰ ਜਦੋਂ ਇਨਸਾਨ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦਾ ਹੈ ਤੇ ਉਹ ਪ੍ਰਭੂ ਯਿਸੂ ਕਿਉਂਕਿ ਪ੍ਰਭੂ ਯਿਸੂ ਨੇ ਆਪਣੇ ਜੀਵਨ ਦੀ ਕੁਰਬਾਨੀ ਇਨਸਾਨ ਦੇ ਲਈ, ਇੱਕ ਹਰ ਗੁਨਾਹਗਾਰ ਦੇ ਲਈ ਦਿੱਤੀ ਹੈ। ਤੇ ਜਦੋਂ ਅਸੀਂ ਉਹ 'ਤੇ ਈਮਾਨ ਲਿਆਉਂਦੇ ਹਾਂ ਤੇ ਪਰਮੇਸ਼ਰ ਸਾਨੂੰ ਪਾਪਾਂ ਦੀ ਮਾਫੀ ਤੇ ਹਮੇਸ਼ਾ ਦੀ ਜ਼ਿੰਦਗੀ ਪ੍ਰਦਾਨ ਕਰਦਾ ਹੈ। ਤੇ ਇਹ ਜਿਹੜੇ ਜਦੋਂ ਈਮਾਨ ਲਿਆਉਣ ਦੀ ਗੱਲ ਕਰਦੇ ਜਾਂ ਜਿਵੇਂ ਤੁਹਾਡਾ ਜੀਵਨ ਸੀ ਬਦਲਿਆ ਤੇ ਤੁਸੀਂ ਕਹਿੰਦੇ ਕਿ ਜਿਹੜਾ ਵੀ ਪ੍ਰਭੂ ਯਿਸੂ ਤੇ ਈਮਾਨ ਲਿਆਉਂਦਾ, ਤੇ ਇਹ ਕਿੰਨਾ ਕੁ ਮੁਸ਼ਕਲ ਆ? ਜਿਹੜੇ ਸੁਣਨ ਵਾਲੇ ਆ ਸ਼ਾਇਦ ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਉੱਠਦੀ ਹੋਵੇ ਵੀ ਉਹ ਕੰਮ ਜਿਹਦੇ ਨਾਲ ਕਰਨ ਨਾਲ ਸਾਨੂੰ ਸ਼ਾਂਤੀ ਲੱਭ ਜਾਂਦੀ, ਅਸੀਂ ਜ਼ਿੰਦਗੀ 'ਚ ਬੜਾ ਕੁਝ ਕੀਤਾ ਹੈ, ਸ਼ਾਇਦ ਕੋਈ ਸੱਪ ਬਣਾ ਪਾਣੀ 'ਚ ਤਾਰਦਾ ਹੈ, ਕੋਈ ਕਿਤੇ ਯਾਤਰਾ ਕਰਦਾ, ਕੋਈ ਕੁਛ ਕਰਦਾ, ਕੋਈ ਦਾਨ ਪੁੰਨ ਕਰਦਾ ਹੈ, ਬੜਾ ਕੁਛ ਕਰਦਾ ਹੈ। ਔਰ ਸ਼ਾਇਦ ਉਹ ਸੋਚ ਰਹੇ ਹੋਣਗੇ ਕਿ ਸਾਨੂੰ ਇਹ ਜ਼ਰੂਰ ਦੱਸੋ ਕਿ ਕਿੱਦਾਂ ਪ੍ਰਭੂ ਯਿਸੂ ਤੇ ਈਮਾਨ ਕਿਵੇਂ ਲਿਆ ਜਾਂਦਾ ਹੈ? ਹਾਂ, ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ ਆ ਜੀ ਕਿ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਤੇ ਵਿਸ਼ਵਾਸ ਕਰੀਏ। ਜਿਵੇਂ ਪ੍ਰਭੂ ਜੀ ਨੇ ਇਹ ਗੱਲ ਕਹੀ ਆ ਕਿ ਸੱਚੇ ਭਗਤ ਆਤਮਾ ਤੇ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਅੱਜ ਅਸੀਂ ਇਸ ਸੰਸਾਰ ਦੀਆਂ ਵਸਤਾਂ ਦੇ ਨਾਲ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਕਿਉਂਕਿ ਉਹ ਪਵਿੱਤਰ ਹੈ, ਉਹ ਸੱਚਾ ਹੈ ਤੇ ਸਾਡੇ ਤੋਂ ਵੀ ਉਹ ਪਵਿੱਤਰਤਾਈ ਦੀ ਹੀ ਮੰਗ ਕਰਦਾ ਹੈ ਕਿ ਅਸੀਂ ਬੁਰਾਈ ਨੂੰ ਤਿਆਗੀਏ, ਅਸੀਂ ਗੁਨਾਹ ਨੂੰ ਤਿਆਗੀਏ, ਅਸੀਂ ਭੈੜੇ ਕੰਮਾਂ ਨੂੰ ਤਿਆਗੀਏ। ਔਰ ਤਾਂ ਕਿ ਜਦੋਂ ਅਸੀਂ ਬੁਰਾਈ ਨੂੰ ਤਿਆਗਾਂਗੇ, ਗੁਨਾਹ ਨੂੰ ਤਿਆਗਾਂਗੇ ਤੇ ਸਰਵ ਸ਼ਕਤੀਮਾਨ ਪਰਮੇਸ਼ਰ ਆਪਣੀਆਂ ਰਹਿਮਤਾਂ ਸਾਡੇ ਉੱਤੇ ਬਹਾਲ ਕਰੇਗਾ ਔਰ ਪਰਮੇਸ਼ਰ ਆਪਣੇ ਫਜ਼ਲ ਨੂੰ ਸਾਡੇ ਉੱਤੇ ਪ੍ਰਗਟ ਕਰੇਗਾ। ਇਸ ਲਈ ਸਾਨੂੰ, ਕਿਉਂਕਿ ਅਸੀਂ ਸ਼ਾਂਤੀ ਦੀ ਤਲਾਸ਼ 'ਚ ਹਾਂ, ਅਸੀਂ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਹਾਂ, ਪਰ ਇਨਸਾਨ ਦੀ ਸਭ ਤੋਂ ਵੱਡੀ ਭੁੱਲ ਇਹੀ ਹੈ ਕਿ ਇਨਸਾਨ ਆਪਣੀ ਸਮਝ ਨਾਲ ਜੀਵਨ ਦੇ ਵਿੱਚ ਸਫਲ ਹੋਣਾ ਚਾਹੁੰਦਾ ਹੈ। ਇਨਸਾਨ ਸੋਚਦਾ ਕੁਛ ਮੈਂ ਚੜਾਵਾ ਦੇ ਕੇ ਕਿਸੇ ਖਾਸ ਜਗ੍ਹਾ ਦੇ ਉੱਤੇ ਜਾ ਕੇ ਮੈਨੂੰ ਕੁਛ ਮਿਲ ਸਕਦਾ ਹੈ, ਪਰ ਪਰਮੇਸ਼ਰ ਸਾਡੇ ਤੋਂ ਮੰਗ ਕਰਦਾ ਕਿ ਅਸੀਂ ਅੰਤःਕਰਨ ਮਨ ਤੋਂ ਆਪਣੀ ਬੁਰਾਈ ਨੂੰ, ਆਪਣੇ ਗੁਨਾਹ ਨੂੰ ਮੰਨੀਏ ਤਾਂ ਕਿ ਪਰਮੇਸ਼ਰ ਆਪਣੇ ਪੁੱਤਰ ਯਿਸੂ ਦੇ ਦੁਆਰਾ ਸਾਡੇ ਉੱਤੇ ਕਿਰਪਾ ਕਰੇ। ਬਹੁਤ ਖੂਬ। ਔਰ ਦਰਸ਼ਕਾਂ ਨੂੰ ਮੈਂ ਇੱਕ ਦੱਸਣਾ ਚਾਹੁੰਦਾ ਗੱਲ ਕਿ
ਜੋ ਪਾਸਟਰ ਅਸ਼ੋਕ ਸਾਹਿਬ ਹੈ, ਜੋ ICC ਨੂੰ ਚਲਾਉਂਦੇ ਆ, ਔਰ ਜਿਨ੍ਹਾਂ ਦੇ ਵਸੀਲੇ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ, ਔਰ ਉਹਨਾਂ ਨੇ ਇੱਕ ਕਨਵੈਨਸ਼ਨ ਅਰੇਂਜ ਕੀਤੀ ਹੈ 21 ਜੁਲਾਈ ਨੂੰ ਬੁਲਹੈਂਟਨ ਦੇ ਵਿੱਚ ਹੋਏਗੀ, ਔਰ ਹਰ ਇੱਕ ਨੂੰ ਸੱਦਾ ਦਿੱਤਾ ਜਾਂਦਾ ਹੈ। ਔਰ ਸੰਤ ਜੀ, ਹਰ ਕੋਈ ਜਦੋਂ ਸੁਣਦਾ ਹੈ ਉਹ ਕਹਿੰਦਾ ਜੀ ਸ਼ਾਇਦ ਬਹੁਤੇ ਲੋਕ ਜਿਹੜੇ ਨੇ ਉਹ ਬਹੁਤ ਅੱਛਾ ਲੱਗਦਾ ਉਹਨਾਂ ਨੂੰ ਕਿਸੇ ਵੀ ਗੱਲ ਦਾ ਜਦੋਂ ਪ੍ਰਚਾਰ ਕਰਨਾ ਹੁੰਦਾ ਹੈ, ਹਰ ਕੋਈ ਵਿਦੇਸ਼ਾਂ ਨੂੰ ਜਾਂਦਾ ਹੈ ਜਾਂ ਦੂਸਰੀ ਜਗ੍ਹਾ ਜਾਂਦਾ ਹੈ, ਲੇਕਿਨ ਤੁਸੀਂ ਆਪਣਾ ਵਚਨ, ਜਿਵੇਂ ਮੈਂ ਸੁਣਿਆ ਕਿ ਤੁਸੀਂ ਪਿੰਡਾਂ ਵਿੱਚ ਚੱਲ ਕੇ ਵੀ ਪ੍ਰਭੂ ਦਾ ਵਚਨ ਸੁਣਾਇਆ, ਇਹ ਸੇਵਕਾਈ ਤੁਹਾਡੀ ਕਿਸ ਤਰ੍ਹਾਂ ਸ਼ੁਰੂ ਹੋਈ ਔਰ ਉਹਦੇ ਵਿੱਚ ਕੀ ਸੀਗਾ? ਹਾਂ, ਜਿਸ ਤਰ੍ਹਾਂ ਪਰਮੇਸ਼ਰ ਦਾ ਇਹ ਫਜ਼ਲ ਹੈ, ਕਿਉਂਕਿ ਪਰਮੇਸ਼ਰ ਦੇ ਆਤਮਾ ਨੇ ਹੀ ਆਪਣੀ ਕਿਰਪਾ ਬਹਾਲ ਕੀਤੀ। ਜਿਵੇਂ ਅਸੀਂ ਯਹੰਨਾ ਦੀ ਅੰਜੀਲ 'ਚ ਵੀ ਪੜ੍ਹਦੇ ਹਾਂ ਜੀ ਕਿ ਅਸੀਂ ਨਹੀਂ ਉਹਨੂੰ ਚੁਣਿਆ ਬਲਕਿ ਉਹਨੇ ਸਾਨੂੰ ਚੁਣਿਆ। ਇਹ ਅਸੀਂ ਨਹੀਂ ਉਹਨੂੰ ਮੰਨਦੇ ਬਲਕਿ ਉਹਨੇ ਆਪਣਾ ਫਜ਼ਲ ਸਾਡੇ ਉੱਤੇ ਪ੍ਰਗਟ ਕੀਤਾ। ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਨੂੰ ਪਾਇਆ ਕਿ ਇਹ ਪਰਮੇਸ਼ਰ ਦਾ ਹੀ ਫਜ਼ਲ ਹੈ ਜੀ। ਔਰ ਜਦੋਂ ਉਹਨੇ ਮੇਰੇ ਤੇ ਕਿਰਪਾ ਕੀਤੀ, ਤੇ ਜਿਸ ਤਰ੍ਹਾਂ ਮੈਂ 96 ਦਾ ਦੱਸਿਆ, ਤੇ 96 ਤੋਂ ਬਾਅਦ ਦੇ ਵਿੱਚ 97 ਜਦੋਂ ਆਇਆ, ਤੇ 1997 ਦੇ ਵਿੱਚ ਮੈਂ TV ਦੇ ਉੱਤੇ ਮਦਰ ਟੈਰੇਸਾ ਦੇ ਬਾਰੇ 'ਚ ਦੇਖ ਰਿਹਾ ਸੀ, ਜਦੋਂ ਉਹਨੇ ਆਪਣਾ ਜੀਵਨ ਪ੍ਰਭੂ ਦੇ ਕੰਮ ਕਰਦੇ ਕਰਦੇ ਜੀਵਨ ਕੁਰਬਾਨ ਕਰ ਦਿੱਤਾ। ਤੇ ਜਦੋਂ ਮੈਂ TV ਦੇ ਉੱਤੇ ਦੇਖ ਰਿਹਾ ਸੀ 1997 ਦੇ ਵਿੱਚ, ਤੇ ਆਤਮਾ ਨੇ ਮੈਨੂੰ ਉਦੋਂ ਵੀ ਅਕਸਾਇਆ ਜੀ ਕਿ ਇੱਕ ਔਰਤ ਹੋ ਕੇ ਉਹਨੇ ਆਪਣਾ ਦੇਸ਼ ਛੱਡ ਕੇ ਪ੍ਰਭੂ ਯੀਸ਼ੂ ਦੀ ਖਾਤਰ ਦੁੱਖ ਕਸ਼ਟ ਝੱਲ ਕੇ ਗਰੀਬਾਂ ਦੀ ਉਹਨੇ ਮਦਦ ਕੀਤੀ ਆ, ਹੈਲਪ ਕੀਤੀ ਆ। ਔਰ ਜਿਵੇਂ ਪ੍ਰਭੂ ਦਾ ਵਚਨ ਹੈ ਕਿ ਤੁਸੀਂ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣੋ, ਦੂਜਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣੋ, ਦੂਜਿਆਂ ਦੀ ਸੇਵਾ ਕਰੋ। ਤੇ ਇਸ ਤਰ੍ਹਾਂ ਜਦੋਂ ਉਹਨੇ ਆਪਣਾ ਜੀਵਨ ਕੁਰਬਾਨ ਕੀਤਾ, ਤੇ ਉਹਨੂੰ 70 ਦੇਸ਼ਾਂ ਨੇ ਜਦੋਂ ਆਦਰ ਮਾਣ ਦਿੱਤਾ, ਤੇ ਆਤਮਾ ਨੇ ਮੈਨੂੰ ਅਕਸਾਇਆ ਕਿ ਇੱਕ ਔਰਤ ਹੋ ਕੇ ਆਪਣਾ ਦੇਸ਼ ਛੱਡ ਕੇ ਉਹਨੇ ਆਪਣਾ ਜੀਵਨ ਯੀਸ਼ੂ ਦੀ ਸੇਵਾ ਦੇ ਲਈ ਲਾ ਦਿੱਤਾ, ਤੇ ਇੱਕ ਮਰਦ ਹੋ ਕੇ ਸਾਨੂੰ ਕੀ ਕੁਝ ਕਰਨਾ ਚਾਹੀਦਾ। ਜਦੋਂ ਆਤਮਾ ਨੇ ਇਹ ਗੱਲ ਮੇਰੇ ਮਨ ਦੇ ਵਿੱਚ ਪਾਈ, ਤੇ ਉਸ ਵੇਲੇ ਨਾਲ ਇਹ ਗੱਲ ਪਾਈ ਕਿ ਹੁਣ ਪੈਦਲ ਚੱਲ ਕੇ ਉਹਨਾਂ ਪਿੰਡਾਂ 'ਚ ਪ੍ਰਚਾਰ ਕਰਾਂਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਹਜੇ ਤੱਕ ਪ੍ਰਭੂ ਯੀਸ਼ੂ ਦਾ ਪੈਗਾਮ, ਸੱਚਾਈ ਦਾ ਪੈਗਾਮ ਨਹੀਂ ਗਿਆ, ਤਾਂ ਕਿ ਉਹ ਵੀ ਲੋਕ ਸੱਚਾਈ ਨੂੰ ਜਾਣਨ ਤੇ ਅਸਲ ਸ਼ਾਂਤੀ ਨੂੰ ਪ੍ਰਾਪਤ ਕਰਨ, ਜਿਹੜੀ ਸ਼ਾਂਤੀ ਕਦੀ ਵੀ ਖਤਮ ਨਹੀਂ ਹੁੰਦੀ। ਤੇ ਇਸ ਦੇ ਲਈ ਅਕਤੂਬਰ ਮਹੀਨੇ ਦੇ ਵਿੱਚ, ਤੇ ਅਕਤੂਬਰ ਮਹੀਨੇ ਤੋਂ ਲੈ ਕੇ 25 ਦਸੰਬਰ ਤੱਕ 1997 ਦੇ ਵਿੱਚ 2 ਮਹੀਨੇ ਲਗਾਤਾਰ ਪ੍ਰਾਰਥਨਾ ਕੀਤੀ। ਔਰ ਪ੍ਰਾਰਥਨਾ ਦਾ ਪੀਰੀਅਡ ਸੀ ਸ਼ਾਮ ਦੇ 8 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਜੀ। 6 ਘੰਟੇ ਲਗਾਤਾਰ ਪ੍ਰਾਰਥਨਾ ਔਰ 2 ਮਹੀਨੇ ਕੀਤੀ। ਉਸ ਤੋਂ ਬਾਅਦ ਕਿੰਨੇ ਪਿੰਡਾਂ ਵਿੱਚ ਤੁਸੀਂ ਗਏ? ਤੇ ਜਦੋਂ ਪ੍ਰਾਰਥਨਾ ਕੀਤੀ, ਉਸ ਵੇਲੇ ਕਲੀਸਿਆ 'ਚੋਂ ਕੁਝ ਨੌਜਵਾਨ ਲੜਕੀਆਂ ਲੜਕੇ ਉਹਨਾਂ ਨੇ ਵੀ ਸੰਕਲਪ ਲਿਆ ਕਿ ਜੇ ਤੁਸੀਂ ਪੈਦਲ ਪ੍ਰਚਾਰ ਕਰੋਗੇ ਤੇ ਅਸੀਂ ਵੀ ਤੁਹਾਡੇ ਨਾਲ ਪੈਦਲ ਪ੍ਰਚਾਰ ਕਰਾਂਗੇ। ਬਹੁਤ ਅੱਛੀ ਗੱਲ ਹੈ, ਕੋਈ ਬਹੁਤ ਵੱਡਾ ਚੈਲੰਜ ਵੀ ਹੈ ਜਿਹਦੀ ਕੋਸ਼ਿਸ਼ ਕਰਾਂਗੇ, ਅਗਰ ਹੋ ਸਕਿਆ ਤਾਂ ਜ਼ਰੂਰ ਅਗਲੇ ਹਿੱਸੇ 'ਚ ਗੱਲ ਕਰਾਂਗੇ। ਤਾਂ ਦੋਸਤੋ, ਅਗਲੇ ਹਿੱਸੇ 'ਚ ਮਿਲਦੇ ਹਾਂ, ਔਰ ਜ਼ਰੂਰ ਬਹੁਤ ਕੁਝ ਲੈ ਕੇ ਸੰਤ ਜੀ ਤੁਹਾਡੇ ਲਈ ਇੱਥੇ ਬੈਠੇ ਆ, ਔਰ ਬਣੇ ਰਹਿਣਾ, ਸੁਣਦੇ ਰਹਿਣਾ ਹੈਵਨ ਗੇਟ TV ਨੂੰ। ਪ੍ਰਭੂ ਤੁਹਾਡੇ ਸਾਥ ਹੋਵੇ। ਗੋਡ ਬਲੈਸ ਯੂ।
ਸਭ ਨੂੰ ਜੈ ਮਸੀਹ ਦੀ ਔਰ ਫਿਰ ਤੁਹਾਡਾ ਵੈਲਕਮ ਕਰਦੇ ਸਵਾਗਤ ਕਰਦੇ ਹਾਂ ਹੈਵਨਸ ਗੇਟ ਟੀਵੀ ਦੇ ਉੱਤੇ ਔਰ ਉਸ ਪਰਮੇਸ਼ਵਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹਨੇ ਫਿਰ ਇੱਕ ਵਾਰੀ ਮੌਕਾ ਦਿੱਤਾ ਕਿ ਅਸੀਂ ਉਹਦੀ ਸੱਚ ਦੀ ਬਾਣੀ ਦਾ ਔਰ ਉਸ ਅੰਮ੍ਰਿਤ ਬਾਣੀ ਦਾ ਪ੍ਰਚਾਰ ਕਰ ਸਕੀਏ ਕਿ ਜਿਹਦੇ ਨਾਲ ਦੂਰ ਦੁਰਾਡੇ ਬੈਠੇ ਲੋਕ ਵੀ ਬਰਕਤ ਪਾਉਂਦੇ, ਆਸ਼ੀਸ਼ ਪਾਉਂਦੇ ਆ, ਨਵੇਂ ਜੀਵਨ ਪਾਉਂਦੇ ਆ। ਔਰ ਸਾਡੇ ਨਾਲ ਸੰਤ ਸੁੰਦਰ ਲਾਲ ਜੀ ਪੰਜਾਬ ਇੰਡੀਆ ਤੋਂ ਸਾਡੇ ਨਾਲ ਨੇ, ਜਿਨ੍ਹਾਂ ਦੀ ਸੇਵਕਾਈ ਦਾ ਨਾਮ ਹੈ ਧਰਤੀ ਉੱਤੇ ਸ਼ਾਂਤੀ। ਔਰ ਬਹੁਤ ਅੱਛੀ ਸਾਡੀ ਗੱਲਬਾਤ ਚੱਲ ਰਹੀ ਸੀ, ਸੋ ਆਓ ਆਪਾਂ ਉਸੇ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਲੇਕਿਨ ਧੰਨਵਾਦ ਜ਼ਰੂਰ ਕਰਨਾ ਚਾਹੁੰਦੇ ਨਾਲ ICC ਦਾ, ਜਿਨ੍ਹਾਂ ਦੇ ਵਸੀਲੇ ਦੇ ਨਾਲ ਇਹ ਪ੍ਰੋਗਰਾਮ ਜਿਹਨੂੰ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਆਨੰਦ ਮਾਣ ਰਹੇ ਹੋ। ਔਰ ਪਾਸਟਰ ਅਸ਼ੋਕ ਮੱਟੂ ਸਾਹਿਬ ਜਿਹਨੂੰ ਚਲਾਉਣ ਵਾਲੇ ਨੇ, ਔਰ ਉਹਨਾਂ ਦੇ ਵੱਲੋਂ ਇੱਕ ਸਾਨੂੰ ਸਭ ਨੂੰ ਬੇਨਤੀ ਹੈ ਕਿ 21 ਜੁਲਾਈ ਨੂੰ ਉਹਨਾਂ ਦਾ ਕਨਵੈਨਸ਼ਨ ਜਿਹੜਾ ਬੁਲਹੈਂਡਨ 'ਚ ਹੋ ਰਿਹਾ ਔਰ ਆਪ ਸਭ ਜ਼ਰੂਰ ਆਉਣਾ। ਸੰਤ ਜੀ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਤੁਹਾਡਾ ਸਵਾਗਤ ਕਰਦੇ ਹਾਂ। ਜੈ ਮਸੀਹ ਦੀ ਜੀ। ਆਪਣੀ ਗੱਲ ਹੋ ਰਹੀ ਸੀ, ਸਮਾਂ ਜਿਹੜਾ ਉਹਦੀ ਥੋੜੀ ਕਹਿ ਲਓ ਕਿ ਥੋੜਾ ਹੋਣ ਕਰਕੇ, ਤੇ ਜਦੋਂ ਤੁਸੀਂ ਸ਼ੁਰੂ ਕੀਤਾ ਆਪਣੇ ਬਚਨ ਨੂੰ ਸੁਣਾਉਣਾ ਤੇ ਪਿੰਡਾਂ ਦੇ ਵਿੱਚ ਫਿਰ ਕਿਵੇਂ ਗਏ? ਹਾਂ, ਮੈਂ ਦੱਸ ਰਿਹਾ ਸੀ 1997 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਅਸੀਂ 25 ਦਸੰਬਰ ਤੱਕ 2 ਮਹੀਨੇ ਲਗਾਤਾਰ ਪ੍ਰਾਰਥਨਾ ਕੀਤੀ ਜੀ, ਸ਼ਾਮ ਦੇ 8 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਤਕਰੀਬਨ 6 ਘੰਟੇ ਰੋਜ਼ ਪ੍ਰਾਰਥਨਾ ਹੋਈ ਤੇ ਕਲੀਸਿਆ ਵੀ ਨਾਲ ਸੀ। ਔਰ ਉਸ ਸਮੇਂ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਵੱਡਾ ਫਜ਼ਲ ਕੀਤਾ ਜਦੋਂ ਇਹ ਸੰਕਲਪ ਤੇ ਨਿਰਣਾ ਲਿਆ ਕਿ ਪ੍ਰਭੂ ਦਾ ਜਿਹੜਾ ਪ੍ਰਚਾਰ ਹੈ, ਵਚਨ ਹੈ, ਉਹ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਪਿੰਡਾਂ 'ਚ ਕੋਈ ਮਸੀਹੀ ਨਹੀਂ, ਜਿਨ੍ਹਾਂ ਨੇ ਹਜੇ ਤੱਕ ਪ੍ਰਭੂ ਦੇ ਪਿਆਰ ਨੂੰ ਨਹੀਂ ਜਾਣਿਆ, ਉਹਨਾਂ ਪਿੰਡਾਂ 'ਚ ਪੈਦਲ ਪ੍ਰਚਾਰ ਕੀਤਾ ਜਾਵੇ। ਤੇ ਪਰਮੇਸ਼ਰ ਨੇ ਆਪਣਾ ਫਜ਼ਲ ਪ੍ਰਗਟ ਕੀਤਾ। 2 ਮਹੀਨਿਆਂ ਦੀ ਪ੍ਰਾਰਥਨਾ ਦਾ ਰਿਜ਼ਲਟ ਨਿਕਲਿਆ ਕਿ ਬਹੁਤ ਸਾਰੇ ਨੌਜਵਾਨ ਭਾਈ ਤੇ ਭੈਣਾਂ ਇਸ ਗੱਲ ਦੇ ਲਈ ਤਿਆਰ ਹੋਈਆਂ ਕਿ ਜੇ ਤੁਸੀਂ ਪੈਦਲ ਪ੍ਰਚਾਰ ਕਰਨਾ ਤੇ ਅਸੀਂ ਵੀ ਪੈਦਲ ਪ੍ਰਚਾਰ ਤੁਹਾਡੇ ਨਾਲ ਕਰਾਂਗੇ। ਔਰ ਇਹ 23 ਜਣਿਆਂ ਦਾ ਗਰੁੱਪ ਸੀਗਾ ਤੇ 23 ਜਣਿਆਂ ਨੇ ਪੈਦਲ ਪੰਜਾਬ ਦੇ 750 ਪਿੰਡਾਂ ਦੇ ਵਿੱਚ 1997 ਦੇ ਵਿੱਚ ਪ੍ਰਚਾਰ ਕੀਤਾ। ਮੈਂ ਇੱਥੇ ਖਾਸ ਗੱਲ ਜਿਹੜੀ ਇੱਕ ਦੱਸਣਾ ਚਾਹੁੰਦਾ ਹਾਂ ਕਿ ਇੱਕ ਪਰਿਵਾਰ ਵੀ ਸੋਚਦਾ ਮੇਰੀਆਂ ਜ਼ਰੂਰਤਾਂ ਕਿੱਦਾਂ ਪੂਰੀਆਂ ਹੋਣਗੀਆਂ, ਤੇ ਅੱਜ ਇੱਕ ਸੇਵਕ ਜਿਹੜਾ ਪ੍ਰਚਾਰ ਕਰ ਰਿਹਾ ਉਹ ਵੀ ਚਿੰਤਾ 'ਚ ਰਹਿੰਦਾ ਕਿ ਮੇਰੀਆਂ ਜ਼ਰੂਰਤਾਂ ਕਿੱਦਾਂ ਪੂਰੀਆਂ ਹੋਣਗੀਆਂ। ਧਰਤੀ ਤੇ ਸ਼ਾਂਤੀ ਸੇਵਕਾਈ ਨੂੰ ਪਰਮੇਸ਼ਰ ਨੇ 1988 ਤੋਂ ਲੈ ਕੇ ਅੱਜ ਤੱਕ ਬਹੁਤ ਵੱਡਾ ਫਜ਼ਲ ਦਿੱਤਾ ਆ ਕਿ ਇਹ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਨੂੰ ਫੈਲਾਉਣ ਦਾ ਜਿਹੜਾ ਉਪਰਾਲਾ ਕਰ ਰਹੀ ਹੈ। ਤੇ ਇਹ ਸਾਰੀਆਂ ਜਿਹੜੀਆਂ ਜ਼ਰੂਰਤਾਂ ਤੇ ਜਿਹੜੇ ਸਾਰੇ ਖਰਚੇ ਆ, ਇਹ ਪਰਮੇਸ਼ਰ ਦਾ ਹੀ ਫਜ਼ਲ ਹੈ ਕਿ ਉਹਨੂੰ ਉਹ ਪੂਰਾ ਕਰ ਰਿਹਾ। ਤੇ ਜਦੋਂ 97 'ਚ ਪੈਦਲ ਯਾਤਰਾ ਦੇ ਲਈ ਵੀ ਰਵਾਨਾ ਹੋਏ ਤੇ ਪ੍ਰੇਮੀਓ ਤੁਸੀਂ ਵਿਚਾਰ ਕਰਕੇ ਦੇਖੋ ਵੀ ਇੱਕ ਵਾਰੀ 23 ਜਣੇ ਕੋਲਗੇਟ ਕਰਨ ਤਾਂ ਕਿੰਨਾ ਖਰਚਾ ਆਊਗਾ, ਜਾਂ ਇੱਕ ਵਾਰੀ ਚਾਹ ਪੀਣ ਤਾਂ ਕਿੰਨਾ ਖਰਚਾ ਆਊ, ਜਾਂ ਇੱਕ ਟਾਈਮ ਖਾਣਾ ਖਾਣ ਤਾਂ ਕਿੰਨਾ ਖਰਚਾ ਆਊ। ਦੁਨੀਆ ਦਾ ਪੈਸਾ ਤਾਂ ਨਹੀਂ ਸੀ, ਪਰ ਇਹ ਗੱਲ ਹੈ ਕਿ ਪ੍ਰਭੂ ਯਿਸੂ ਨਾਲ ਸੀ। ਆਮੀਨ, ਹਾਲੇਲੂਇਆ। ਔਰ ਜਦੋਂ ਉਹ ਨਾਲ ਹੈ ਤੇ ਫਿਰ ਉਹ ਸਾਰੀਆਂ ਰਹਿਮਤਾਂ ਬਹਾਲ ਕਰਦਾ ਆ। ਮੈਂ ਮਸੀਹੀ ਜੀਵਨ ਦੇ 25 ਸਾਲ 'ਚ ਇਹ ਤਜਰਬਾ ਪਾਇਆ, ਦੁਨੀਆ ਦਾ ਭਾਵੇਂ ਕੁਛ ਵੀ ਨਾ ਹੋਵੇ, ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ। ਬਹੁਤ ਖੂਬ, ਬਹੁਤ ਅੱਛੀ ਗੱਲ। ਔਰ ਸੰਤ ਜੀ ਅਸੀਂ ਚਾਹੁੰਦੇ ਹਾਂ ਔਰ ਸਾਡੇ ਸੁਣਨ ਵਾਲੇ ਵੀ ਚਾਹੁੰਦੇ ਆ ਕਿ ਅੱਜ ਤੁਸੀਂ, ਇਹ ਤਾਂ ਤੁਹਾਡੇ ਜੀਵਨ ਦੀ ਕਹਾਣੀ ਸੀ ਜੋ ਪਿਛਲੇ ਬੀਤਿਆ ਸੀ। ਇੱਕ ਮਸੀਹਤ ਦੀ ਖਾਸੀਅਤ ਆ ਕਿ ਲੋਕ ਪਿਛਲੇ ਸਮੇਂ ਦੀਆਂ ਗੱਲਾਂ ਕਰਦੇ, ਲੇਕਿਨ ਮਸੀਹ ਆਦਮੀ ਜਿਹੜਾ ਜਦੋਂ ਯਿਸੂ ਮਸੀਹ ਦੇ ਉਸ ਪਵਿੱਤਰ ਆਤਮਾ ਦੇ ਵਿੱਚ ਦੀ ਹੋ ਕੇ ਬੋਲਦਾ ਹੈ, ਉਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਕਰਦਾ ਹੈ। ਸੋ ਸੰਤ ਜੀ, ਅੱਜ ਕਿਹੜਾ ਸੁਨੇਹਾ ਪਰਮੇਸ਼ਵਰ ਦੀ ਬਾਣੀ, ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਤੁਸੀਂ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਆ? ਹਾਂ, ਮੈਂ 25 ਸਾਲ ਦੇ ਤਜਰਬੇ ਨੂੰ ਤਾਂ 25 ਸਾਲ ਹੀ ਲੱਗਣਗੇ ਦੱਸਣ ਲਈ, ਪਰ ਮੈਂ ਚੰਦ ਮਿੰਟਾਂ ਦੇ ਵਿੱਚ ਜਿਹੜੇ ਮੇਰੇ ਨਿੱਜੀ ਅਨੁਭਵ ਹੈ ਉਹ ਮੈਂ ਤੁਹਾਡੇ ਅੱਗੇ ਰੱਖਾਂਗਾ। ਜਿਸ ਦਿਨ ਪਰਮੇਸ਼ਰ ਨੇ 1988 'ਚ ਮੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ, ਤੇ ਜਦੋਂ ਮੈਂ ਪਹਿਲੀ ਵਾਰੀ ਬਾਈਬਲ ਨੂੰ ਹੱਥ ਲਾਇਆ ਤੇ ਬਾਈਬਲ ਖੋਲ੍ਹੀ ਤੇ ਪਰਮੇਸ਼ਰ ਨੇ ਜਿਹੜਾ ਮੈਨੂੰ ਵਚਨ ਦਿੱਤਾ ਸੀ ਉਹ ਮੈਂ ਅੱਜ ਕੁਝ ਮਿੰਟਾਂ 'ਚ ਤੁਹਾਡੇ ਅੱਗੇ ਰੱਖਣ ਲਈ ਜਾ ਰਿਹਾ। ਔਰ ਉਹ ਵਚਨ ਮੈਨੂੰ ਪਰਮੇਸ਼ਰ ਦੇ ਆਤਮਾ ਨੇ ਇਸੇ ਲਈ ਦਿੱਤਾ ਕਿ ਅੱਜ ਮੈਂ ਤੈਨੂੰ ਮੌਤ ਤੋਂ ਜ਼ਿੰਦਗੀ ਦਿੱਤੀ ਹੈ ਜੀ, ਤੇ ਅੱਗੇ ਮੈਂ ਤੇਰੇ ਨਾਲ ਤਦ ਚੱਲਾਂਗਾ ਜੇਕਰ ਤੇਰੇ ਜੀਵਨ ਦੇ ਵਿੱਚ ਸੱਚਾਈ ਹੋਵੇਗੀ। ਬਹੁਤ ਖੂਬ। ਇਹ ਵਚਨ 1988 ਦੇ ਵਿੱਚ ਪਰਮੇਸ਼ਰ ਨੇ ਮੈਨੂੰ ਦਿੱਤਾ ਤੇ ਇਹ ਪਹਿਲੀ ਵਾਰੀ ਮੈਂ ਬਾਈਬਲ ਦਾ ਵਚਨ ਪੜ੍ਹਿਆ, ਤੇ ਮੈਂ ਚਾਹਾਂਗਾ ਕਿ ਮੈਂ ਉਸ ਵਚਨ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਤਾਂ ਕਿ ਅਸੀਂ ਉਸ ਅਸਲ ਗੱਲ ਨੂੰ ਸਮਝੀਏ ਜਿਹਦੇ ਦੁਆਰਾ ਅਸੀਂ ਆਪਣੇ ਸਿਰਜਣਹਾਰੇ ਨੂੰ ਪ੍ਰਸੰਨ ਕਰ ਸਕਦੇ ਹਾਂ। ਉਸ ਜੜ ਨੂੰ ਫੜੀਏ ਜਿਸ ਜੜ ਦੇ ਹਰੇ ਹੋਣ ਨਾਲ ਪੱਤੇ ਨਿਕਲਦੇ ਨੇ
ਤੇ ਪੱਤਿਆਂ 'ਚੋਂ ਟਹਿਣੀਆਂ ਬਣਦੀਆਂ, ਤੇ ਜਦੋਂ ਉਹ ਕਾਮਲ ਦਰਖਤ ਬਣ ਜਾਂਦਾ ਤੇ ਫਿਰ ਜਦੋਂ ਰੁੱਤ ਆਉਂਦੀ ਹੈ ਤੇ ਉਹ ਆਪਣੇ ਆਪ ਹੀ ਉਹਨੂੰ ਫਲ ਲੱਗ ਜਾਂਦਾ ਹੈ। ਹੁਣ ਫਲ ਕਿੱਥੇ ਆ, ਟਹਿਣੀਆਂ ਕਿੱਥੇ ਆ, ਪੱਤੇ ਕਿੱਥੇ ਨੇ? ਇਹ ਜੜ ਦੇ ਵਿੱਚ ਹੈ ਜੀ। ਤੇ 1988 ਦੇ ਵਿੱਚ ਪਰਮੇਸ਼ਰ ਨੇ ਮੈਨੂੰ ਇਹ ਵਚਨ ਦਿੱਤਾ ਕਿ ਤੇਰੀ ਜ਼ਿੰਦਗੀ ਐਦਾਂ ਦੀ ਹੋਣੀ ਚਾਹੀਦੀ ਆ। ਅੱਜ ਤਾਂ ਮੈਂ ਤੈਨੂੰ ਮੌਤੋਂ ਜੀਵਨ ਦੇ ਦਿੱਤਾ ਆ ਤੇ ਅੱਗੇ ਮੈਂ ਤੇਰੇ ਨਾਲ ਤਦ ਚੱਲਾਂਗਾ। ਪ੍ਰੇਮੀਓ, ਅਸੀਂ ਚਾਹੁੰਦੇ ਹਾਂ ਕਿ ਸਿਰਜਣਹਾਰਾ ਸਾਡੇ ਉੱਤੇ ਪ੍ਰਸੰਨ ਹੋਵੇ, ਤੇ ਉਹ ਕਿਸ ਰੂਪ ਦੇ ਵਿੱਚ ਪ੍ਰਸੰਨ ਹੋਵੇਗਾ? ਜਦੋਂ ਸਾਡਾ ਜੀਵਨ ਪਰਮੇਸ਼ਰ ਦੇ ਵਚਨ ਦੇ ਯੋਗ ਹੋਵੇਗਾ। ਮੈਂ ਚਾਹਾਂਗਾ ਕਿ ਇਸ ਵਚਨ ਨੂੰ ਅਸੀਂ ਪੜ੍ਹੀਏ ਤਾਂ ਕਿ ਸਾਡੇ ਪ੍ਰੇਮੀ ਤੇ ਪ੍ਰਭੂ ਦੇ ਪਿਆਰੇ ਜਿਹੜੀਆਂ ਸੰਗਤਾਂ ਆ, ਇਹ ਵਿਸ਼ਵਾਸੀ ਨੇ, ਉਹ ਇਸ ਭੇਤ ਨੂੰ ਲੈਣ ਤਾਂ ਕਿ ਉਹਨਾਂ ਜ਼ਿੰਦਗੀਆਂ 'ਚ ਵੀ ਜਿਹੜੀਆਂ ਕਮੀਆਂ ਦੂਰ ਹੋ ਜਾਣ ਤੇ ਉਹ ਰੋਬਰੂ ਆਪਣੇ ਸਿਰਜਣਹਾਰੇ ਨੂੰ ਵੇਖਣ ਤੇ ਉਹਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ। ਲਓ ਜੀ, ਪੜ੍ਹੀਏ ਯਹੰਨਾ ਦੀ ਅੰਜੀਲ 4 ਅਧਿਆਏ ਉਹਦੀ 23 ਤੇ 24 ਐਤ। ਪ੍ਰੇਮੀਓ, ਇਹ ਉਹ ਕੁੰਜੀ ਹੈ ਜਿਹਦੇ ਨਾਲ ਜਿੰਦਾ ਜਿੱਡਾ ਮਰਜ਼ੀ ਵੱਡਾ ਹੋਵੇ, ਜਦੋਂ ਕੁੰਜੀ ਲੱਗ ਜਾਂਦੀ ਹੈ ਤੇ ਕੁੰਜੀ ਸਹੀ ਦਿਸ਼ਾ ਨੂੰ ਘੁੰਮਦੀ ਹੈ। ਘੁੰਮਦੀ ਕੁੰਜੀ ਆ ਤੇ ਖੁੱਲਦਾ ਜਿੰਦਾ ਆ। ਪਰਮੇਸ਼ਰ ਦਾ ਪਵਿੱਤਰ ਵਚਨ ਕੁੰਜੀ ਦੀ ਮਾਨੰਦ ਹੈ। ਇਸ ਲਈ ਪ੍ਰਭੂ ਨੇ ਪਤਰਸ ਨੂੰ ਕਿਹਾ, ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦਿਆਂਗਾ। ਜਿੰਨੀਆਂ ਮੁਸ਼ਕਲਾਂ ਉਨੇ ਹੀ ਹੱਲ। ਪਰਮੇਸ਼ਰ ਦਾ ਹਰ ਵਚਨ ਇੱਕ ਕੁੰਜੀ ਦੀ ਤਰ੍ਹਾਂ ਹੈ ਜੀ। ਤੇ ਅਸੀਂ ਅੱਜ ਕੁੰਜੀ ਘਮਾਉਣ ਲੱਗੇ ਆ ਤੇ ਜਿੰਦਾ ਆਪੇ ਹੀ ਖੁੱਲ ਜਾਣਾ ਆ। ਅਸੀਂ ਅੱਜ ਪਰਮੇਸ਼ਰ ਦੇ ਵਚਨ ਨੂੰ ਲੈਣ ਲੱਗੇ ਆ ਤੇ ਸਾਡੀਆਂ ਮੁਸ਼ਕਲਾਂ ਆਪਣੇ ਆਪ ਹੀ ਹੱਲ ਹੋ ਜਾਣੀਆਂ। ਇਹ ਵਚਨ ਮੈਨੂੰ ਦਿੱਤਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੇ ਲਈ ਜਾ ਰਿਹਾ। ਤੇ ਯਹੰਨਾ ਦੀ ਅੰਜੀਲ 4 ਅਧਿਆਏ ਉਹਦੀ 23 ਤੇ 24 ਹੈ। ਵਚਨ ਵਿੱਚ ਇਸ ਤਰ੍ਹਾਂ ਲਿਖਿਆ, ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੇ ਭਗਤ ਆਤਮਾ ਔਰ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਉਹ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਤੇ ਜੋ ਉਹਦੀ ਭਗਤੀ ਕਰਨਾ ਚਾਹੁੰਦੇ ਹਨ, ਚਾਹੀਦਾ ਹੈ ਭਈ ਉਹ ਆਤਮਾ ਤੇ ਸਚਾਈ ਨਾਲ ਭਗਤੀ ਕਰਨ। ਹਾਂ, ਪਰਮੇਸ਼ਰ ਨੇ ਭਗਤੀ ਦਾ ਭੇਤ 1988 ਦੇ ਵਿੱਚ ਮੇਰੇ ਉੱਤੇ ਪ੍ਰਗਟ ਕੀਤਾ ਕਿ ਸੱਚੇ ਭਗਤ ਆਤਮਾ ਤੇ ਸਚਾਈ ਦੇ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਸਾਰੀ ਦੁਨੀਆ ਹੀ ਭਗਤ ਹੈ, ਪਰ ਮਸਲਾ ਇਹ ਆ ਕਿ ਪਰਮੇਸ਼ਰ ਕਿਹੜੇ ਭਗਤਾਂ ਨੂੰ ਚਾਹੁੰਦਾ ਹੈ। ਇੱਕ ਕਲਾਸ 'ਚ 100 ਬੱਚਾ ਪੜ੍ਹਦਾ, ਜਦੋਂ ਪੇਪਰ ਪੈਂਦੇ ਨੇ ਮਾਂ-ਬਾਪ ਪੁੱਛਦੇ, ਬੇਟਾ ਪੇਪਰ ਕਿੱਦਾਂ ਦਾ ਹੋਇਆ? ਤੇ ਬੱਚਾ ਹੁੱਬ ਕੇ ਕਹਿੰਦਾ, ਪੇਪਰ ਮੰਮੀ ਮੈਂ ਗੱਡ ਕੇ ਆਇਆ, ਬਹੁਤ ਵਧੀਆ ਕੀਤਾ ਹੈ। ਪਰ ਜਦੋਂ ਰਿਜ਼ਲਟ ਆਉਂਦਾ ਆ ਤੇ ਕੋਈ ਚੌਥਾ ਦੱਸਦਾ ਕਿ ਤੁਹਾਡਾ ਬੱਚਾ ਫੇਲ ਹੋ ਗਿਆ। ਉਹਨੇ ਆਪਣੇ ਹਿਸਾਬ ਨਾਲ ਪੇਪਰ ਵਧੀਆ ਕੀਤਾ ਸੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹਨੇ ਗੱਡਿਆ ਹੀ ਸੀ। ਪਰ ਜਦੋਂ ਇੱਕ ਉਸ ਬੱਚੇ ਦੀ, ਉਸ ਵਿਦਿਆਰਥੀ ਦੀ ਸਮਝ ਦੇ ਮੁਤਾਬਕ ਉਹਨੇ ਵਧੀਆ ਕੀਤਾ ਹੈ, ਪਰ ਉਹਦੀ ਸਮਝ ਦੇ ਉੱਤੇ ਇੱਕ ਹੋਰ ਸਮਝ ਹੈ ਜੀ। ਉਹ ਸਮਝ ਹੈ ਟੀਚਰ ਦੀ। ਜਦੋਂ ਟੀਚਰ ਉਸ ਨੂੰ ਚੈੱਕ ਕਰਦਾ ਆ ਤੇ ਉਹਦੇ ਚੋਂ ਨਿਕਲਦਾ ਹੀ ਕੁਛ ਨਹੀਂ। ਇਹੀ ਹਾਲਤ ਹੁਣ ਸਾਡੀ ਆਤਮਿਕ ਹੈ। ਅਸੀਂ ਕਹਿੰਦੇ ਜਿਹੜੀ ਭਗਤੀ ਕਰਦੇ ਹਾਂ ਸਾਡੇ ਵਰਗਾ ਹੈ ਹੀ ਕੋਈ ਨਹੀਂ, ਪਰ ਜਦੋਂ ਪਰਮੇਸ਼ਰ ਸਾਡੀ ਜ਼ਿੰਦਗੀ ਨੂੰ ਸਚਾਈ ਦੀ ਤੱਕੜੀ 'ਚ ਤੋਲ ਕੇ ਦੇਖਦਾ ਤੇ ਸਾਡੇ ਜੀਵਨ 'ਚੋਂ ਨਿਕਲਦਾ ਕੁਛ ਨਹੀਂ। ਨਬੂਕਦਨਸਰ ਦੇ ਪੁੱਤਰ ਬੇਲਤਸ਼ੱਸਰ ਨੂੰ ਪਰਮੇਸ਼ਰ ਨੇ ਕਿਹਾ, ਕਹਿੰਦਾ ਤੂੰ ਸਚਾਈ ਦੀ ਤੱਕੜੀ 'ਚ ਤੋਲਿਆ ਗਿਆ ਤੇ ਤੂੰ ਘੱਟ ਨਿਕਲਿਆ, ਤੇਰੀ ਜ਼ਿੰਦਗੀ 'ਚ ਸਚਾਈ ਨਹੀਂ। ਇਸੇ ਲਈ ਅੱਜ ਅਸੀਂ ਚਾਹੁੰਦੇ ਹਾਂ ਕਿ ਸਿਰਜਣਹਾਰਾ ਆਪਣੀਆਂ ਰਹਿਮਤਾਂ ਬਹਾਲ ਕਰੇ ਤੇ ਉਹ ਸਾਡੇ ਤੋਂ ਮੰਗ ਕਰਦਾ ਕਿ ਅਸੀਂ ਰੂਹ ਤੇ ਸਚਾਈ ਦੇ ਨਾਲ ਖੁਦਾ ਦੀ ਇਬਾਦਤ ਕਰੀਏ। ਜਿਵੇਂ ਅਸੀਂ 24 'ਚ ਪੜ੍ਹਦੇ ਹਾਂ, ਪਰਮੇਸ਼ਰ ਆਤਮਾ ਹੈ ਤੇ ਜਿਹੜੇ ਉਹਦੀ ਭਗਤੀ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਬਈ ਆਤਮਾ ਤੇ ਸਚਾਈ ਨਾਲ ਖੁਦਾ ਦੀ ਇਬਾਦਤ ਕਰਨ, ਸਚਾਈ ਆਪਣੀ ਜ਼ਿੰਦਗੀ 'ਚ ਰੱਖਣ ਤੇ ਰੂਹ ਤੋਂ ਮਨ ਤੋਂ ਖੁਦਾ ਦੀ ਇਬਾਦਤ ਕਰਨ। ਕਿਉਂਕਿ ਸੰਸਾਰ ਦੀਆਂ ਵਸਤਾਂ ਦੇ ਨਾਲ ਅਸੀਂ ਸਿਰਜਣਹਾਰੇ ਨੂੰ ਪ੍ਰਸੰਨ ਨਹੀਂ ਕਰ ਸਕਦੇ, ਬਲਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਪਰਮੇਸ਼ਰ ਦੇ ਹੱਥ ਦਿੰਦੇ ਹਾਂ, ਉਹਦੇ ਪਵਿੱਤਰ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ ਤੇ ਹਰ ਬੁਰਾਈ ਨੂੰ ਤਿਆਗ ਦਿੰਦੇ ਹਾਂ ਤੇ ਪਰਮੇਸ਼ਰ ਆਪਣੀਆਂ ਰਹਿਮਤਾਂ ਸਾਡੇ ਉੱਤੇ ਬਹਾਲ ਕਰਦਾ ਹੈ। ਇਹ ਭੇਤ 1988 ਦੇ ਵਿੱਚ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤਾ। ਇਸ ਲਈ ਪਰਮੇਸ਼ਰ ਦੇ ਪਵਿੱਤਰ ਵਚਨ ਪਹਿਲਾ ਥੈਸੋਨੀਕੀਆ 4 ਅਧਿਆਏ ਉਹਦੀ 3 ਐਤ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਦੀ ਇੱਛਾ ਕੀ ਹੈ, ਪਰਮੇਸ਼ਰ ਕੀ ਚਾਹੁੰਦਾ ਹੈ। ਅੱਜ ਇਨਸਾਨ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਸਿਰਜਣਹਾਰਾ ਸਾਡੇ ਤੋਂ ਕਿਹੜੀ ਗੱਲ ਦੀ ਮੰਗ ਕਰਦਾ ਹੈ। ਇਹ ਭੇਤ ਪਰਮੇਸ਼ਰ ਨੇ ਆਪਣੇ ਪ੍ਰੇਮੀ ਸੰਤ ਪੌਲਸ ਦੇ ਉੱਤੇ ਪ੍ਰਗਟ ਕੀਤਾ। ਜਿਵੇਂ ਅਸੀਂ ਪੜ੍ਹ ਸਕਦੇ ਹਾਂ ਪਹਿਲਾ ਥੈਸੋਨੀਕੀਆ
4 ਅਧਿਆਏ ਉਹਦੀ 3 ਐਤ। ਜੀ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਦੀ ਇੱਛਾ ਤੁਹਾਡੀ ਪਵਿੱਤਰਤਾਈ ਦੀ ਹੈ। ਬਸ ਖੁਦਾ ਦੀ ਇੱਛਾ ਕੀ ਹੈ? ਸਾਨੂੰ ਆਪਣੀ ਇੱਛਾ ਦਾ ਤਾਂ ਪਤਾ ਵੀ ਮੈਨੂੰ ਘਰ ਚਾਹੀਦਾ, ਮੈਨੂੰ ਨੌਕਰੀ ਚਾਹੀਦੀ, ਮੈਨੂੰ ਕਾਰੋਬਾਰ ਚਾਹੀਦਾ, ਮੈਨੂੰ ਬੱਚਿਆਂ ਦੀ ਅਸ਼ੀਸ਼ ਚਾਹੀਦੀ ਆ। ਸਾਨੂੰ ਆਪਣੀਆਂ ਇੱਛਾਵਾਂ ਦਾ ਪਤਾ ਹੈ। ਪ੍ਰੀਮੀਅਰ, ਇਸ ਗੱਲ ਨੂੰ ਦਿਲ ਦੀ ਤਖਤੀ ਦੇ ਉੱਤੇ ਲਿਖ ਲਓ, ਤੁਹਾਨੂੰ ਆਪਣੀ ਇੱਛਾ ਪਰਮੇਸ਼ਰ ਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਉਹ ਤੁਹਾਡੀ ਇੱਛਾ ਨੂੰ ਜਾਣਦਾ ਆ। ਜਿਵੇਂ ਇੱਕ ਮਾਂ ਬੱਚੇ ਦੀ ਜ਼ਰੂਰਤ ਨੂੰ ਜਾਣਦੀ ਹੈ, ਸਾਨੂੰ ਆਪਣੀਆਂ ਮੰਗਾਂ, ਸਾਨੂੰ ਆਪਣੀਆਂ ਜ਼ਰੂਰਤਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਪਰਮੇਸ਼ਰ ਦੀ ਇੱਛਾ ਜਾਣਨ ਦੀ ਜ਼ਰੂਰਤ ਹੈ। ਜਦੋਂ ਅਸੀਂ ਉਹਦੀ ਇੱਛਾ ਜਾਣਾਂਗੇ ਤੇ ਸਾਡੀ ਇੱਛਾ ਤਾਂ ਆਪਣੇ ਆਪ ਹੀ ਪੂਰੀ ਹੋ ਜਾਣੀ ਹੈ। ਆਮੇਨ, ਆਮੇਨ ਜੀ। ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਕੀ ਚਾਹੀਦਾ ਹੈ, ਸਾਨੂੰ ਉਹਦੀ ਇੱਛਾ ਜਾਣਨ ਦੀ ਜ਼ਰੂਰਤ ਹੈ। ਇਹ ਭੇਤ ਪਰਮੇਸ਼ਰ ਨੇ ਪ੍ਰੇਮੀ ਸੰਤ ਪੌਲਸ ਦੇ ਉੱਤੇ ਪ੍ਰਗਟ ਕੀਤਾ ਕਿ ਤੁਹਾਡੀ ਪਵਿੱਤਰਤਾਈ ਦੀ, ਪਰਮੇਸ਼ਰ ਤੁਹਾਡੇ ਤੋਂ ਮੰਗ ਕਰਦਾ ਕਿ ਤੁਸੀਂ ਸ਼ੁੱਧਤਾਈ ਦਾ ਜੀਵਨ ਬਤੀਤ ਕਰੋ। ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾਈ ਦੀ ਹੈ। ਔਰ ਇਸੇ ਲਈ ਜਦੋਂ ਆਦਮ ਤੇ ਹਵਾ ਨੇ ਪਰਮੇਸ਼ਰ ਦਾ ਵਚਨ ਤੋੜਿਆ, ਪਾਪ, ਸ਼ਰਾਪ ਤੇ ਮੌਤ ਲਾਗੂ ਹੋਈ। ਇਸ ਲਈ ਉਹ ਸ਼ਬਦ ਮਨੁੱਖ ਬਣਿਆ, ਪ੍ਰਭੂ ਯੀਸ਼ੂ ਦੇ ਰੂਪ 'ਚ ਇਸ ਸੰਸਾਰ ਦੇ ਉੱਤੇ ਪ੍ਰਗਟ ਹੋਇਆ ਤਾਂ ਕਿ ਆਪਣੇ ਜੀਵਨ ਦੀ ਕੁਰਬਾਨੀ ਦੇਵੇ ਤੇ ਇਨਸਾਨ ਫਿਰ ਪਾਪ ਤੋਂ, ਸ਼ਰਾਪ ਤੋਂ ਤੇ ਮੌਤ ਦੇ ਖੌਫ ਤੋਂ ਆਜ਼ਾਦੀ ਪ੍ਰਾਪਤ ਕਰੇ। ਯੀਸ਼ੂ ਦੀ ਕੁਰਬਾਨੀ ਤੇ ਯੀਸ਼ੂ ਦਾ ਪਵਿੱਤਰ ਲਹੂ ਸਾਨੂੰ ਸ਼ੁੱਧ ਕਰਦਾ ਹੈ, ਸਾਨੂੰ ਬੁਰਾਈ ਤੋਂ ਉੱਪਰ ਉਠਾਉਂਦਾ ਹੈ। ਇਹ ਭੇਤ ਪਰਮੇਸ਼ਰ ਨੇ ਪ੍ਰੇਮੀ ਦੇ ਉੱਤੇ ਪ੍ਰਗਟ ਕੀਤਾ ਔਰ ਇਸੇ ਲਈ ਪਰਮੇਸ਼ਰ ਨੇ 1988 'ਚ ਇਸ ਭੇਤ ਨੂੰ ਮੇਰੇ ਉੱਤੇ ਪ੍ਰਗਟ ਕੀਤਾ। ਅੱਜ ਸਾਡੇ ਲਈ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੀ ਇੱਛਾ ਜਾਣੀਏ ਤੇ ਉਹਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਸੱਚੀ ਤੋਬਾ ਕਰੀਏ। ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਵਚਨ ਨੂੰ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ 30 ਸਾਲ ਦੀ ਉਮਰ 'ਚ ਪ੍ਰਚਾਰ ਆਰੰਭ ਕੀਤਾ ਤੇ ਉਹਦੇ ਆਰੰਭ ਦੇ ਸ਼ਬਦ ਇਹੀ ਸੀ, ਤੋਬਾ ਕਰੋ, ਮੀਨਸ ਬੁਰਾਈ ਤਿਆਗ ਦਿਓ, ਠੱਗੀ ਤਿਆਗ ਦਿਓ, ਨਿੰਦਾ ਤਿਆਗ ਦਿਓ, ਨਸ਼ੇ ਤਿਆਗ ਦਿਓ ਔਰ ਹਰ ਤਰ੍ਹਾਂ ਦੀ ਬੁਰਾਈ ਨੂੰ ਤਿਆਗ ਦਿਓ, ਜਿਹਦਾ ਇਸ਼ਾਰਾ ਸ਼ੁੱਧਤਾਈ ਵੱਲ ਹੈ, ਜਿਹਦਾ ਇਸ਼ਾਰਾ ਪਵਿੱਤਰਤਾਈ ਦੇ ਵੱਲ ਹੈ ਕਿ ਤੁਸੀਂ ਭੈੜਾ ਰਸਤਾ ਛੱਡ ਦਿਓ, ਤੁਸੀਂ ਨਸ਼ਿਆਂ ਦਾ ਰਸਤਾ ਤਿਆਗ ਦਿਓ, ਤੁਸੀਂ ਠੱਗੀ ਦਾ ਰਸਤਾ ਤਿਆਗ ਦਿਓ, ਤੁਸੀਂ ਧੋਖਾ ਧੜੀ ਦਾ ਰਸਤਾ ਤਿਆਗ ਦਿਓ ਤੇ ਸਚਾਈ ਦੇ ਰਸਤੇ ਦੇ ਉੱਤੇ ਚੱਲੋ ਤੇ ਪਰਮੇਸ਼ਰ ਆਪਣੀਆਂ ਰਹਿਮਤਾਂ ਬਹਾਲ ਕਰੇਗਾ। ਤੋਬਾ ਕਰੋ, ਸਵਰਗ ਦਾ ਰਾਜ ਨੇੜੇ ਆਇਆ ਹੈ। ਜਦੋਂ ਬੁਰਾਈ ਤਿਆਗ ਦਿਓਗੇ ਤੇ ਤੁਸੀਂ ਸਵਰਗ ਦੀ ਸ਼ਾਂਤੀ ਤੇ ਸਵਰਗ ਦਾ ਆਨੰਦ ਇਹ ਜ਼ਮੀਨ ਤੇ ਰਹਿੰਦੇ ਰਹਿੰਦੇ ਪ੍ਰਾਪਤ ਕਰੋਗੇ। ਇਸ ਲਈ ਪਰਮੇਸ਼ਰ ਨੇ ਇਹ ਭੇਤ 1988 ਦੇ ਵਿੱਚ ਮੇਰੇ ਉੱਤੇ ਪ੍ਰਗਟ ਕੀਤਾ ਤੇ ਅੱਜ ਸਿਰਜਣਹਾਰਾ ਸਾਡੇ ਤੋਂ ਇਸੇ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਬੁਰਾਈ ਨੂੰ ਤਿਆਗੀਏ, ਹਰ ਤਰ੍ਹਾਂ ਦੇ ਭੈੜੇ ਕੰਮਾਂ ਨੂੰ ਤਿਆਗੀਏ। ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਤੋੜਦੇ ਹਾਂ ਤੇ ਵਚਨ ਨੂੰ ਤੋੜਨ ਦੇ ਕਾਰਨ ਹੀ ਸਾਡੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ, ਮੁਸੀਬਤਾਂ ਆਉਂਦੀਆਂ। ਅੱਜ ਜਿੰਨੀਆਂ ਸੰਸਾਰ ਦੇ ਵਿੱਚ ਉਲਝਣਾਂ ਆ, ਸਮੱਸਿਆ ਤੇ ਪਰੇਸ਼ਾਨੀਆਂ ਨੇ, ਉਹਦਾ ਕਾਰਨ ਸਾਡੇ ਗੁਨਾਹ ਹੈ, ਉਹਦਾ ਕਾਰਨ ਸਾਡੇ ਪਾਪ ਹੈ। ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਤਾਂ ਕਿ ਅਸੀਂ ਪਾਪ ਤੋਂ ਛੁਟਕਾਰਾ ਪ੍ਰਾਪਤ ਕਰੀਏ, ਮੌਤ ਦੇ ਖੌਫ ਤੋਂ ਆਜ਼ਾਦੀ ਪਾਈਏ ਤੇ ਸਰਾਪਾਂ ਤੋਂ ਛੁਟਕਾਰਾ ਪ੍ਰਾਪਤ ਕਰੀਏ। ਇਸ ਲਈ ਪਰਮੇਸ਼ਰ ਨੇ 1988 ਦੇ ਵਿੱਚ ਇਹ ਭੇਤ ਨੂੰ ਮੇਰੇ ਉੱਤੇ ਪ੍ਰਗਟ ਕੀਤਾ। ਇਸਰਾਇਲੀ ਲੋਕ ਜਦੋਂ ਜਦੋਂ ਵੀ ਪਰਮੇਸ਼ਰ ਦਾ ਵਚਨ ਤੋੜਦੇ ਸੀ, ਉਦੋਂ ਉਦੋਂ ਉਹਨਾਂ ਨੂੰ ਮੁਸੀਬਤ ਦਾ, ਦੁੱਖ ਦਾ, ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਸੀ। ਦੂਜੇ ਰਾਜੇ ਉਹਨਾਂ ਤੇ ਚੜ੍ਹਾਈ ਕਰਦੇ ਸਨ ਤੇ ਉਹਨਾਂ ਦੀਆਂ ਜਿਹੜੀਆਂ ਬਸਤਾਂ ਸੀ ਉਹਨਾਂ ਤੇ ਉਹ ਕਬਜ਼ਾ ਕਰਦੇ ਸਨ ਤੇ ਬਹੁਤ ਸਾਰੀਆਂ ਸਮੱਸਿਆ ਦੇ ਵਿੱਚ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਸੀ। ਔਰ ਇਸੇ ਲਈ ਪਰਮੇਸ਼ਰ ਨੇ ਆਮੋਸ ਨਬੀ ਦੇ ਦੁਆਰਾ, ਜਦੋਂ ਇਸਰਾਇਲੀ ਕਹਿੰਦੇ ਆ ਸਾਡੇ ਜ਼ਿੰਦਗੀ 'ਚ ਦੁੱਖ ਹੈ, ਕਸ਼ਟ ਹੈ, ਮੁਸੀਬਤਾਂ ਆ, ਪਰੇਸ਼ਾਨੀਆਂ ਆ, ਤੇ ਪਰਮੇਸ਼ਰ ਨੇ ਆਮੋਸ ਨਬੀ ਨੂੰ ਚੁਣਿਆ, ਉਹਦੇ ਤੇ ਕਿਰਪਾ ਕੀਤੀ ਤੇ ਉਹਦੇ ਨਾਲ ਗੱਲ ਕੀਤੀ ਕਿ ਮੇਰੀ ਪਰਜਾ ਤੇ ਮੇਰੇ ਲੋਕਾਂ ਨੂੰ ਆਖ। ਆਮੋਸ ਨਬੀ ਦੀ ਪੁਸਤਕ 5 ਅਧਿਆਏ ਉਹਦੀ ਅਸੀਂ 14 'ਚ ਪੜ੍ਹਦੇ ਹਾਂ। ਵਚਨ 'ਚ ਇਸ ਤਰ੍ਹਾਂ ਲਿਖਿਆ, ਆਮੋਸ ਨਬੀ ਦੀ ਕਿਤਾਬ ਉਹਦਾ 5 ਅਧਿਆਏ ਔਰ 14 ਆਇਤ ਵਿੱਚ, ਭਲਾ ਪਾਲੋ ਨਾ ਕਿ ਬੁਰਾ, ਤਾਂ ਜੋ ਤੁਸੀਂ ਜਿਉਂਦੇ ਰਹੋ। ਹਾਂ, ਪਰਮੇਸ਼ਰ ਨੇ ਆਪਣੇ ਨਬੀ ਦੇ ਦੁਆਰਾ ਇਸਰਾਇਲੀ ਲੋਕਾਂ ਨੂੰ ਕਿਹਾ, ਕਹਿੰਦਾ ਤੁਸੀਂ ਬੁਰਾਈ ਸੋਚਦੇ ਹੋ, ਤੁਸੀਂ ਬੁਰਾਈ ਕਰਦੇ ਹੋ, ਇਸ ਕਰਕੇ ਤੁਹਾਨੂੰ ਬੁਰਾਈ ਦਾ ਫਲ ਭੁਗਤਣਾ ਪੈਂਦਾ ਹੈ। ਤੁਹਾਡੀ ਸੋਚ ਬੁਰੀ ਹੈ, ਤੁਸੀਂ ਗੁਆਂਢੀ ਨਾਲ ਬੁਰਾ ਕਰਦੇ ਹੋ,
ਜਿਹਦੇ ਕਾਰਨ ਤੁਹਾਨੂੰ ਦੁੱਖਾਂ ਤੇ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ। ਤੁਹਾਡੀ ਜ਼ਿੰਦਗੀ 'ਚ ਇਮਾਨਦਾਰੀ ਨਹੀਂ ਜੀ, ਤੁਹਾਡੀ ਜ਼ਿੰਦਗੀ 'ਚ ਇਨਸਾਫ ਨਹੀਂਗਾ, ਤੁਹਾਡੀ ਜ਼ਿੰਦਗੀ 'ਚ ਸੱਚਾਈ ਨਹੀਂ। ਇਸ ਲਈ ਆਪਣੇ ਨਬੀ ਦੇ ਦੁਆਰਾ ਕਿਹਾ, ਭਲਾ ਭਾਲੋ ਨਾ ਕਿ ਬੁਰਾ, ਤਾਂ ਜੋ ਤੁਸੀਂ ਜਿਉਂਦੇ ਰਹੋ। ਜ਼ਿੰਦਗੀ ਤੇ ਜ਼ਿੰਦਗੀ ਦੀਆਂ ਖੁਸ਼ੀਆਂ ਭਲਾਈ ਦੇ ਮੀਨਸ ਸ਼ੁੱਧਤਾਈ ਦੇ ਵਿੱਚ, ਮੀਨਸ ਵਫਾਦਾਰੀ ਦੇ ਵਿੱਚ, ਮੀਨਸ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ ਹੈ। ਕਿਉਂਕਿ ਪਰਮੇਸ਼ਰ ਦਾ ਪਵਿੱਤਰ ਵਚਨ ਹੀ ਸਾਡੀ ਜ਼ਿੰਦਗੀ 'ਚ ਪਵਿੱਤਰਤਾ ਹੀ ਪੈਦਾ ਕਰਦਾ। ਪਰਮੇਸ਼ਰ ਦਾ ਪਵਿੱਤਰ ਵਚਨ ਹੀ ਸਾਡੀ ਜ਼ਿੰਦਗੀ 'ਚ ਵਫਾਦਾਰੀ ਪੈਦਾ ਕਰਦਾ। ਇਸ ਲਈ ਪਰਮੇਸ਼ਰ ਨੇ ਆਮੋਸ ਨਬੀ ਦੇ ਦੁਆਰਾ ਆਖਿਆ, ਭਲਾ ਭਾਲੋ ਨਾ ਕਿ ਬੁਰਾ, ਤਾਂ ਜੋ ਤੁਸੀਂ ਜਿਉਂਦੇ ਰਹੋ। ਅੱਗੇ ਜੀ, ਅੱਗੇ ਲਿਖਿਆ, ਅਤੇ ਇਉਂ ਯਹੋਵਾ ਸੈਨਾ ਦਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇਗਾ। ਐਦਾਂ ਸਿਰਜਣਹਾਰਾ ਨਾਲ ਚੱਲੂਗਾ। ਅੱਜ ਅਸੀਂ ਕਹਿੰਦੇ ਹਾਂ ਰੱਬ ਸਾਡੇ ਨਾਲ ਚੱਲੇ, ਅੱਜ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀ ਅਗਵਾਈ ਕਰੇ, ਅੱਜ ਅਸੀਂ ਚਾਹੁੰਦੇ ਹਾਂ ਕਿ ਸਾਡੇ ਸੋਚਣ ਤੋਂ ਪਹਿਲਾਂ ਸਾਨੂੰ ਉੱਤਰ ਮਿਲ ਜਾਵੇ, ਅੱਜ ਅਸੀਂ ਚਾਹੁੰਦੇ ਹਾਂ ਸਾਡੇ ਪਹੁੰਚਣ ਤੋਂ ਪਹਿਲਾਂ ਸਾਡਾ ਕੰਮ ਹੋ ਜਾਵੇ, ਸਾਡੇ ਤੇ ਕਿਰਪਾ ਹੋ ਜਾਵੇ। ਤੇ ਪਰਮੇਸ਼ਰ ਆਪਣੇ ਨਬੀ ਦੇ ਦੁਆਰਾ ਬਿਆਨ ਕਰਦਾ ਕਿ ਇਸ ਤਰ੍ਹਾਂ ਯਹੋਵਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਊਗਾ। ਜਿੱਦਾਂ ਤੁਹਾਡਾ ਸੱਜਾ ਹੱਥ ਤੇ ਖੱਬਾ ਹੱਥ ਹੈ, ਤੇ ਜਿੱਦਾਂ ਤੁਹਾਡਾ ਪਰਛਾਵਾਂ ਆ, ਐਦਾਂ ਸਿਰਜਣਹਾਰਾ ਤੁਹਾਡੇ ਨਾਲ ਨਾਲ ਚੱਲੂਗਾ। ਹਾਂਜੀ, ਅੱਗੇ ਔਰ ਲਿਖਿਆ, ਜਿਵੇਂ ਤੁਸੀਂ ਕਹਿੰਦੇ ਹੋ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਨਾਲ ਚੱਲੇ, ਜਿੱਦਾਂ ਪਰਮੇਸ਼ਰ ਕਹਿੰਦਾ ਆ ਉੱਦਾਂ ਕਰਨੀ ਪਵੇਗੀ। ਜਿੱਦਾਂ ਉਹ ਕਹਿੰਦਾ ਉੱਦਾਂ ਕਰਨੀ ਪਵੇਗੀ। ਤੇ ਫਿਰ ਜਿੱਦਾਂ ਤੁਸੀਂ ਕਹੋਗੇ ਉੱਦਾਂ ਪਰਮੇਸ਼ਰ ਕਰੇਗਾ। ਸੁਲੇਮਾਨ ਨੂੰ ਵੀ ਪਰਮੇਸ਼ਰ ਨੇ ਇਹ ਕਿਹਾ, ਵੇਖ ਕਹਿੰਦਾ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਕਿਉਂ ਕਿਹਾ? ਕਿਉਂਕਿ ਜਦੋਂ ਪਰਮੇਸ਼ਰ ਨੇ ਕਿਹਾ, ਜਦੋਂ ਨੇ 1000 ਭੇਟਾਂ ਚੜਾਈਆਂ, ਮੂਸਾ ਦਾ ਵਚਨ ਪੂਰਾ ਕੀਤਾ ਕਿ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਰ ਤੁਹਾਨੂੰ 1000 ਗੁਣਾ ਵਧਾਵੇਗਾ। ਵਿਵਸਥਾ ਸਾਰ 1 ਦੀ 11 'ਚ ਅਸੀਂ ਪੜਾਂਗੇ, ਨਹੀਂ ਨੋਟ ਕਰੀਏ, ਵਿਵਸਥਾ ਸਾਰ 1 ਦੀ 11 'ਚ ਮੂਸਾ ਨੇ ਕਿਹਾ, ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਰ ਤੁਹਾਨੂੰ 1000 ਗੁਣਾ ਵਧਾਵੇਗਾ। ਜਦੋਂ ਸੁਲੇਮਾਨ ਪਾਤਸ਼ਾਹ ਬਣਿਆ, ਉਹਨੇ 1000 ਭੇਟ ਚੜਾਈ, ਮੀਨਸ ਖੁਦਾ ਦੇ ਵਚਨ ਦੇ ਅਨੁਸਾਰ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਤੇ ਪਰਮੇਸ਼ਰ ਨੇ ਰਾਤ ਦੇ ਸਮੇਂ ਨੂੰ ਦਰਸ਼ਨ ਦਿੱਤੇ ਤੇ ਉਹਨੂੰ ਕਿਹਾ, ਸੁਲੇਮਾਨ ਮੰਗ ਤੂੰ ਮੈਥੋਂ ਕੀ ਮੰਗਦਾ, ਮੈਂ ਤੈਨੂੰ ਉਹੀ ਦਿਆਂਗਾ। ਤੇ ਸੁਲੇਮਾਨ ਨੇ ਕਿਹਾ, ਮੈਂ ਵੀ ਤੇਰਾ, ਪਰਜਾ ਵੀ ਤੇਰੀ ਹੈ, ਤੇ ਮੇਰੇ ਤੇ ਦਇਆ ਕਰ ਕਿ ਮੈਨੂੰ ਸਮਝ ਦੇ, ਤਾਂ ਕਿ ਮੈਂ ਪਰਜਾ ਦਾ ਸਹੀ ਨਿਆਂ ਕਰਾਂ, ਝੂਠੇ ਨੂੰ ਝੂਠਾ ਕਵਾਂ ਤੇ ਸੱਚੇ ਨੂੰ ਸੱਚਾ ਕਵਾਂ। ਤੇ ਸਿਰਜਣਹਾਰੇ ਨੇ ਕਿਹਾ ਕਿ ਮੈਨੂੰ ਤੇਰੀ ਮੰਗ ਚੰਗੀ ਲੱਗੀ ਹੈ। ਨਾ ਤੂੰ ਇਹ ਮੰਗਿਆ ਮੇਰੀ ਉਮਰ ਲੰਬੀ ਹੋ ਜਾਵੇ, ਨਾ ਇਹ ਮੰਗਿਆ ਮੇਰੇ ਦੁਸ਼ਮਣ ਖਤਮ ਹੋ ਜਾਣ, ਤੇ ਨਾ ਇਹ ਮੰਗਿਆ ਕਿ ਮੈਨੂੰ ਧਨ ਦੌਲਤ ਮਿਲ ਜਾਵੇ। ਸੁਲੇਮਾਨ ਵੇਖ, ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ, ਕਿਉਂਕਿ ਤੂੰ ਮੇਰੀ ਇੱਛਾ ਦੇ ਅਨੁਸਾਰ ਮੇਰਾ ਸ਼ੁਕਰਾਨਾ ਕੀਤਾ ਹੈ, ਤੂੰ ਮੈਨੂੰ ਪ੍ਰਸੰਨ ਕੀਤਾ ਹੈ, ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਤੇ ਪ੍ਰੇਮੀਓ, ਪਹਿਲਾ ਰਾਜਾ 3 ਅਧਿਆਏ ਜੇਕਰ ਅਸੀਂ ਸਾਰਾ ਪੜ੍ਹੀਏ ਤੇ ਉੱਥੇ ਤੁਹਾਨੂੰ ਸਭ ਕੁਝ ਮਿਲੇਗਾ। ਤੇ ਖਾਸ ਗੱਲ ਪਰਮੇਸ਼ਰ ਨੇ ਸੁਲੇਮਾਨ ਨੂੰ ਕਹੀ, ਕਹਿੰਦਾ ਤੇ ਤੋਂ ਪਹਿਲਾਂ ਵੀ ਇਦਾਂ ਦਾ ਰਾਜਾ ਨਹੀਂ ਹੋਇਆ, ਤਾਂ ਤੇ ਤੋਂ ਬਾਅਦ 'ਚ ਵੀ ਨਹੀਂ ਹੋਵੇਗਾ। ਤੇ ਅੱਗੇ ਕਿਹਾ, ਜੋ ਤੂੰ ਨਹੀਂ ਮੰਗਿਆ ਮੈਂ ਉਹ ਵੀ ਤੈਨੂੰ ਦਿਆਂਗਾ, ਜੋ ਨਹੀਂ ਮੰਗਿਆ ਉਹ ਵੀ ਮਿਲੇਗਾ। ਕਦੋਂ? ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਦੁਆਰਾ ਪਰਮੇਸ਼ਰ ਨੂੰ ਪ੍ਰਸੰਨ ਕਰਾਂਗੇ, ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਦੁਆਰਾ ਉਹਦੇ ਵਚਨ ਨੂੰ ਪੂਰਾ ਕਰਾਂਗੇ, ਤੇ ਪਰਮੇਸ਼ਰ ਆਪਣੀਆਂ ਰਹਿਮਤਾਂ ਸਾਡੇ ਉੱਤੇ ਬਹਾਲ ਕਰੇਗਾ। ਪ੍ਰੇਮੀਓ, ਕਦੀ ਅਸੀਂ ਧੁੰਦਲੇ ਸ਼ੀਸ਼ੇ ਵੇਖਦੀ ਆਪਣਾ ਚਿਹਰਾ ਨਹੀਂ ਵੇਖ ਸਕਦੇ। ਸਾਫ਼ ਸ਼ੀਸ਼ੇ ਵੇਖਦੀ ਸਾਨੂੰ ਆਪਣਾ ਚਿਹਰਾ ਸਾਫ਼ ਨਜ਼ਰ ਆਵੇਗਾ। ਧੁੰਦਲੇ ਸ਼ੀਸ਼ੇ ਵੇਖਦੀ ਅਸੀਂ ਆਪਣਾ ਚਿਹਰਾ ਨਹੀਂ ਵੇਖ ਸਕਦੇ। ਸਾਫ਼ ਸ਼ੀਸ਼ੇ ਵੇਖਦੀ ਸਾਨੂੰ ਆਪਣਾ ਸਾਫ਼ ਚਿਹਰਾ ਨਜ਼ਰ ਆਵੇਗਾ। ਇਸੇ ਤਰ੍ਹਾਂ ਸਾਫ਼ ਹਿਰਦੇ ਵਿੱਚ ਦੀ ਸਾਨੂੰ ਆਪਣਾ ਸਿਰਜਣਹਾਰਾ ਨਜ਼ਰ ਆਵੇਗਾ। ਤੇ ਜਿਸ ਹਿਰਦੇ 'ਚ ਬੁਰਾਈ ਹੈ, ਜਿਸ ਹਿਰਦੇ 'ਚ ਠੱਗੀ ਹੈ, ਜਿਸ ਹਿਰਦੇ 'ਚ ਬੇਈਮਾਨੀ ਹੈ, ਜਿਸ ਹਿਰਦੇ 'ਚ ਧੋਖਾ ਆ, ਜਿਵੇਂ ਧੁੰਦਲੇ ਸ਼ੀਸ਼ੇ ਵੇਖਦੀ ਕੁਛ ਦਿਖਾਈ ਨਹੀਂ ਦਿੰਦਾ, ਇਸ ਤਰ੍ਹਾਂ ਉਹ ਜ਼ਿੰਦਗੀ ਸਿਰਜਣਹਾਰੇ ਨੂੰ ਪਾ ਨਹੀਂ ਸਕਦੀ, ਤੇ ਨਾ ਉਹ ਜ਼ਿੰਦਗੀ ਸਿਰਜਣਹਾਰੇ ਦੀ ਕਿਰਪਾ ਨੂੰ ਪਾ ਸਕਦੀ ਹੈ। ਇਸੇ ਲਈ ਜਿੱਦਾਂ ਸ਼ੀਸ਼ਾ ਸਾਫ਼ ਹੈ, ਐਦਾਂ ਸਾਡਾ ਹਿਰਦਾ ਸ਼ੁੱਧ ਤੇ ਪਵਿੱਤਰ ਹੋਣਾ ਚਾਹੀਦਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਪਰਮੇਸ਼ਰ ਦਾ ਪਵਿੱਤਰ ਵਚਨ ਕਹਿੰਦਾ ਹੈ। ਮੱਤੀ ਦੀ ਅੰਜੀਲ 5 ਅਧਿਆਏ ਉਹਦੀ 8 'ਚ ਲਿਖਿਆ, ਧਨ ਹਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਸ਼ੁੱਧ ਮਨ ਉਹ ਪਰਮੇਸ਼ਰ ਨੂੰ ਵੇਖਣਗੇ, ਤੇ ਪਰਮੇਸ਼ਰ ਉਹਨਾਂ ਨੂੰ ਵੇਖੇਗਾ। ਤਾਂ ਫਿਰ ਗੱਲ ਬਣੀ ਹੈ। ਇਸ ਲਈ ਸਿਰਜਣਹਾਰਾ ਸਾਡੇ ਤੋਂ
ਮੰਗ ਕਰਦਾ ਆ ਕਿ ਅਸੀਂ ਸ਼ੁੱਧਤਾਈ ਦਾ ਤੇ ਅਸੀਂ ਪਵਿੱਤਰਤਾਈ ਦਾ ਜੀਵਨ ਬਤੀਤ ਕਰੀਏ। ਇਹ ਪਹਿਲਾ ਸਟੈਪ ਹੈ ਜੇਕਰ ਸਿਰਜਣਹਾਰੇ ਨੂੰ ਪਾਉਣਾ ਹੈ, ਜੇਕਰ ਉਹਦੇ ਨਾਲ ਜੁੜਨਾ ਹੈ। ਪੰਜਾਬੀ ਸਿੱਖਣ ਲਈ ਊੜੇ ਤੋਂ ਸ਼ੁਰੂ ਕਰਨਾ ਪੈਂਦਾ, ਹਿੰਦੀ ਸਿੱਖਣ ਲਈ ਕਾ ਤੋਂ ਸ਼ੁਰੂ ਕਰਨਾ ਪੈਂਦਾ, ਉਰਦੂ ਸਿੱਖਣ ਲਈ ਅਲਫ ਤੋਂ ਸ਼ੁਰੂ ਕਰਨਾ ਪੈਂਦਾ, ਅੰਗਰੇਜ਼ੀ ਸਿੱਖਣ ਲਈ ਏ ਤੋਂ ਸ਼ੁਰੂ ਕਰਨਾ ਪੈਂਦਾ, ਤੇ ਸਿਰਜਣਹਾਰੇ ਨੂੰ ਪਾਉਣ ਲਈ ਜ਼ਿੰਦਗੀ ਸ਼ੁੱਧਤਾਈ ਤੋਂ ਸ਼ੁਰੂ ਕਰਨੀ ਪੈਣੀ ਹੈ। ਤੇ ਜਦੋਂ ਸ਼ੁੱਧਤਾਈ ਤੋਂ ਹੋਵੇਗੀ ਸ਼ੁਰੂ, ਤਾਂ ਫਿਰ ਜਿਵੇਂ ਜੱਕੀ ਪ੍ਰਭੂ ਯੀਸ਼ੂ ਦੇ ਰਸਤੇ ਤੇ ਆ ਕੇ ਖੜਾ ਹੋ ਗਿਆ, ਕਿਉਂਕਿ ਜੱਕੀ ਨੇ ਦੇਖਣਾ ਚਾਹਿਆ ਪਰ ਭੀੜ ਬਹੁਤ ਸੀ। ਟੈਕਸ ਲੈਣ ਵਾਲਿਆਂ ਦਾ ਸਰਦਾਰ ਅਮੀਰ ਆਦਮੀ ਸੀ। ਸੰਸਾਰ ਦੀ ਦੌੜ ਲਾਈ, ਸਾਰੀਆਂ ਬੁਰਾਈਆਂ ਕੀਤੀਆਂ, ਤਸੱਲੀ ਨਹੀਂ ਮਿਲੀ, ਆਨੰਦ ਨਹੀਂ ਮਿਲਿਆ, ਸ਼ਾਂਤੀ ਨਹੀਂ ਮਿਲੀ। ਤੇ ਚਾਹਿਆ ਮੈਂ ਯੀਸ਼ੂ ਦੇ ਦੀਦਾਰ ਕਰਾਂ ਜਿਹੜਾ ਪਾਪੀਆਂ ਨੂੰ ਪਿਆਰ ਕਰਦਾ ਜੀ। ਤੇ ਉਹਨੇ ਫਿਰ ਚਾਹਿਆ ਕਿ ਮੈਂ ਪ੍ਰਭੂ ਦੇ ਦੀਦਾਰ ਕਰਾਂ, ਪਰ ਭੀੜ ਇੰਨੀ ਸੀ, ਕੱਦ ਦਾ ਮਧਰਾ ਸੀ। ਤੇ ਜਿਸ ਰਸਤੇ ਪ੍ਰਭੂ ਜੀ ਜਾ ਰਹੇ ਸੀ ਤੇ ਉਹਨੇ ਦੇਖਿਆ ਕਿ ਉਸ ਰਸਤੇ ਦੇ ਉੱਤੇ ਇੱਕ ਗੁੱਲਰ ਦਾ ਦਰਖਤ ਹੈ, ਤੇ ਕਲਾਮ 'ਚ ਲਿਖਿਆ 19 ਅਧਿਆਇ ਲੂਕਾ ਦੀ ਅੰਜੀਲ 1 ਤੋਂ 10 ਤੱਕ ਕਿ ਜੱਕੀ ਦੌੜ ਕੇ ਜਾ ਕੇ ਗੁੱਲਰ ਦੇ ਦਰਖਤ ਤੇ ਚੜ੍ਹ ਗਿਆ। ਤੇ ਪ੍ਰਭੂ ਨੇ ਬਰਾਬਰ ਆ ਕੇ ਕਿਹਾ, ਜੱਕੀ ਛੇਤੀ ਨਾਲ ਹੇਠਾਂ ਉਤਰ ਕੇ ਆ, ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ। ਬਹੁਤ ਖੂਬ। ਤੇਰੇ ਹੀ, ਭੀੜ ਨਾਲ ਮੈਨੂੰ ਕੋਈ ਮਤਲਬ ਨਹੀਂ, ਮੈਨੂੰ ਤੇਰੇ ਵਰਗੇ ਪ੍ਰੇਮੀ ਚਾਹੀਦੇ ਆ। ਜੱਕੀ ਘਰੋਂ ਤਿਆਰੀ ਕਰਕੇ ਆਇਆ ਸੀ। ਉਹ ਪ੍ਰੇਮੀਓ ਦਰਖਤ ਤੇ ਨਹੀਂ ਚੜਿਆ, ਉਹ ਮਨ ਤੋਂ ਤੇ ਕਰਨ ਤੋਂ ਬੁਰਾਈ ਤੋਂ ਉੱਪਰ ਉੱਠ ਗਿਆ, ਜਿਹਦੇ ਕਾਰਨ ਪ੍ਰਭੂ ਨੇ ਕਿਹਾ ਛੇਤੀ ਹੇਠਾਂ ਉਤਰ ਕੇ ਆ, ਤੇ ਅੱਜ ਮੈਂ ਤੇਰੇ ਹੀ ਘਰ ਰਹਿਣਾ। ਜੱਕੀ ਨੇ ਸਭ ਤੋਂ ਪਹਿਲਾਂ ਜਾ ਕੇ ਕਿਹਾ, ਪ੍ਰਭੂ ਜੀ ਅੱਧਾ ਪੈਸਾ ਗਰੀਬਾਂ ਨੂੰ ਵੰਡ ਦਿੰਦਾ, ਜੇ ਕਿਸੇ ਦੇ ਦੋਸ਼ ਲਾ ਕੇ ਕੁਝ ਲਿਆ ਤੇ 4 ਗੁਣਾ ਮੋੜ ਦਿਨ। ਇੱਕ ਗਲਤੀ ਨੂੰ 4 ਵਾਰੀ ਮੰਨਿਆ। ਅੱਜ ਸਾਡੇ ਤੋਂ ਸਿਰਜਣਹਾਰਾ ਮੰਗ ਕਰਦਾ ਅਸੀਂ ਆਪਣੀਆਂ ਗਲਤੀਆਂ ਮੰਨੀਏ, ਅਸੀਂ ਆਪਣੇ ਪਾਪ ਮੰਨੀਏ, ਸੱਚੀ ਤੋਬਾ ਕਰੀਏ ਤੇ ਜ਼ਮੀਨ ਤੇ ਸਵਰਗ ਦਾ ਆਨੰਦ ਪ੍ਰਾਪਤ ਕਰੀਏ। ਉਹ ਸਾਨੂੰ ਨਹੀਂ ਦੇਵੇਗਾ, ਸਾਡੇ ਦੁਆਰਾ ਸੰਸਾਰ ਤੇ ਕਿਰਪਾ ਬਹਾਲ ਕਰੇਗਾ। ਇਹ ਮੇਰਾ ਮਸੀਹੀ ਜੀਵਨ ਦਾ 25 ਸਾਲ ਦਾ ਤਜਰਬਾ ਹੈ ਜੀ। ਬਹੁਤ ਬਹੁਤ ਅੱਛੀ ਗੱਲ ਔਰ ਬਹੁਤ ਅੱਛੀ ਪ੍ਰਭੂ ਦਾ ਵਚਨ ਜਿਹੜਾ। ਔਰ ਮੈਂ ਚਾਹਾਂਗਾ ਇਸ ਤੋਂ ਪਹਿਲਾਂ ਕਿ ਸਾਡੇ ਕੋਲ ਸਮਾਂ ਜਿਹੜਾ ਉਹ ਬੀਤਦਾ ਜਾ ਰਿਹਾ, ਕਿ ਸਾਰੀ ਸੰਗਤ ਲਈ ਇੱਕ ਵਾਰੀ ਜ਼ਰੂਰ ਤੁਸੀਂ ਓਕੇ ਜੀ, ਓਕੇ। ਆਓ ਜੀ ਅਸੀਂ ਆਪਣੀਆਂ ਅੱਖਾਂ ਬੰਦ ਕਰੀਏ ਤੇ ਪ੍ਰਾਰਥਨਾ ਕਰੀਏ। ਮਹਾਨ ਪਿਤਾ, ਮੈਂ ਸਾਰੀ ਭਲਾਈ ਤੇ ਨੇਕੀ ਲਈ ਜੋ ਅੱਜ ਤੀਕਰ ਤੁਸੀਂ ਸੰਸਾਰ ਤੇ ਕੀਤੀ, ਤੁਹਾਡਾ ਧੰਨਵਾਦ ਕਰਦਾ। ਤੇ ਇਹਨਾਂ ਪ੍ਰੇਮੀਆਂ ਦੇ ਲਈ ਵੀ ਜਿਹੜੇ ਅੱਜ ਇਹ ਟੀਵੀ ਦੇ ਦੁਆਰਾ ਤੇਰਾ ਪਾਕ ਵਚਨ ਸੁਣ ਤੇ ਵੇਖ ਰਹੇ ਨੇ, ਤੇਰਾ ਵੱਡਾ ਫਜ਼ਲ ਪ੍ਰਗਟ ਹੋਵੇ। ਇਹਨਾਂ ਜ਼ਿੰਦਗੀਆਂ 'ਚੋਂ ਬੁਰਾਈ ਖਤਮ ਹੋ ਜਾਵੇ, ਇਹਨਾਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦਾ ਨਸ਼ਾ ਖਤਮ ਹੋ ਜਾਵੇ, ਇਹਨਾਂ ਜ਼ਿੰਦਗੀਆਂ 'ਚੋਂ ਸਾਰੇ ਸ਼ਰਾਬ ਖਤਮ ਹੋ ਜਾਣ, ਤੇਰੇ ਆਤਮਾ ਦੀ ਵੱਡੀ ਆਸ਼ੀਸ਼ ਪ੍ਰਗਟ ਹੋਵੇ। ਤੇ ਸਾਰੀ ਸੇਵਕਾਈ ਤੇ ਜਿਨੀ ਇਹ ਉਪਰਾਲਾ ਕੀਤਾ ਆ, ਸਾਰੀ ਸੇਵਕਾਈ ਨੂੰ ਬਰਕਤ ਦਿਓ। ਇਹ ਦੁਆ ਸੁਣੋ, ਪ੍ਰਭੂ ਯੀਸ਼ੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਆਮੀਨ। ਦੋਸਤੋ, ਆਪ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਯਾਦ ਰੱਖਣਾ ਕਿ ਆਉਣ ਵਾਲੇ ਸ਼ਨੀਵਾਰ ਨੂੰ ਅਸੀਂ ਫਿਰ ਇਸੇ ਤਰ੍ਹਾਂ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਔਰ ਹੈਵਨਸ ਗੇਟ ਟੀਵੀ ਜਿਹੜਾ, ਇਹਨੂੰ ਤੁਸੀਂ ਦੁਆਵਾਂ 'ਚ ਯਾਦ ਰੱਖਣਾ। ਕਿਸੇ ਵੀ ਗੱਲ ਲਈ ਕੁਝ ਵੀ ਤੁਸੀਂ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਪਾਸਟਰ ਅਸ਼ੋਕ ਮਸੀਹ ਮੱਟੂ ਦੇ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪਰਮੇਸ਼ਵਰ ਤੁਹਾਡੇ ਸਾਥ ਹੋਵੇ, ਤੁਹਾਨੂੰ ਸੰਭਾਲ ਕੇ ਰੱਖੇ, ਰੱਬ ਤੁਹਾਡੇ ਜੀਵਨਾਂ 'ਚ ਵੱਡੇ ਕੰਮ ਕਰੇ। ਸਭ ਨੂੰ ਜੈ ਮਸੀਹ ਦੀ, ਜੈ ਮਸੀਹ ਦੀ ਸਭ ਨੂੰ।